ਸਤੰਬਰ ਨੂੰ ਸੀ ਲੈ ਰਹੇ ਹਨ। ਮੈਨੂੰ ਮਾਣ ਹੈ ਕਿ ਮੈਂ ਕਮੇਟੀ ਨੂੰ ਇੱਕ ਇਹੋ ਜਿਹਾ ਹੀਰਾ ਇੰਟਰੋਡਿਊਸ ਕੀਤਾ ਜਿਸ ਨੇ ਆਪਣੀ ਚਮਕ ਨਾਲ ਕਮੇਟੀ ਦੀਆਂ ਗਤੀਵਿਧੀਆਂ ਨੂੰ ਵੀ ਰੌਸ਼ਨ ਕੀਤਾ। ਗੁਰਬਤ ਤੋਂ ਉੱਠ ਕੇ ਇੱਕ ਕਾਮਯਾਬ ਬਿਜ਼ਨਸਮੈਨ ਬਣਨਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਾ ਉਸ ਦੀ ਅਸਲੀ ਸਫਲਤਾ ਹੈ। ਇਹ ਅਕਸਰ ਦੇਖਿਆ ਹੈ ਕਿ ਜਦ ਇਨਸਾਨ ਪਾਸ ਪੈਸਾ ਆ ਜਾਂਦਾ ਹੈ ਤਾਂ ਉਹ ਆਪਣੇ ਸਮਾਜ ਨੂੰ ਭੁੱਲ ਜਾਂਦਾ ਹੈ। ਦੇਵਲਾਲ ਸੁਮਨ ਜੀ ਦੇ ਕੇਸ ਵਿੱਚ ਐਸਾ ਨਹੀਂ ਹੋਇਆ। ਵਿਸ਼ਵ ਬੁੱਧ ਸੰਘ ਦੇ ਮਾਧਿਅਮ ਤੋਂ ਉਸਨੇ ਲਿਟਰੇਚਰ ਛਪਵਾਉਣ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ। ਇਸ ਸੰਸਥਾ ਰਾਹੀਂ ਲੱਖਾਂ ਰੁਪਇਆ ਖਰਚ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮਿਸ਼ਨ ਅਤੇ ਤਥਾਗਤ ਬੁੱਧ ਦੇ ਧੰਮ ਦਾ ਪ੍ਰਚਾਰ ਕੀਤਾ ਹੈ। ਪੰਜਾਬ ਵਿੱਚ ਐਸਾ ਕੋਈ ਬੁੱਧ ਵਿਹਾਰ ਨਹੀਂ ਹੋਵੇਗਾ ਜਿੱਥੇ ਉਹਨਾਂ ਨੇ ਯੋਗਦਾਨ ਨਾ ਪਾਇਆ ਹੋਵੇ। ਕਮੇਟੀ ਵੱਲੋਂ ਚਲਾਏ ਜਾ ਰਹੇ 2 ਸਕੂਲਾਂ ਵਿੱਚ ਉਸ ਦਾ ਵੱਧ ਤੋਂ ਵੱਧ ਯੋਗਦਾਨ ਹੈ। ਲੋਟਸ ਟੈਲੀਵਿਜ਼ਨ ਉਹਨਾਂ ਦੀ ਮਾਲੀ ਮਦਦ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ ਸੀ। ਡਾਕਟਰ ਅੰਬੇਡਕਰ ਦੇ ਮਿਸ਼ਨ ਅਤੇ ਤਥਾਗਤ ਬੁੱਧ ਦੇ ਧੰਮ ਨੂੰ ਲੋਟਸ ਟੀਵੀ ਤੇ ਪ੍ਰਚਾਰਨ ਵਿੱਚ ਉਸ ਦਾ ਵਿਸ਼ੇਸ਼ ਰੋਲ ਹੈ। ਬ੍ਰਿਟਿਸ਼ ਸਰਕਾਰ ਰਿਟਾਇਰਮੈਂਟ ਏਜ ਵਿੱਚ ਵਾਧਾ ਕਰੀ ਜਾ ਰਹੀ ਹੈ, ਪਰ ਦੇਵਲਾਲ ਸੁਮਨ ਜੀ 65 ਸਾਲ ਤੇ ਰਿਟਾਇਰ ਹੋ ਰਹੇ ਹਨ। ਅਸੀਂ ਆਸ ਕਰਦੇ ਹਾਂ ਕਿ ਬਚਦਾ ਸਮਾਂ ਉਹ ਕਮੇਟੀ ਦੇ ਕੰਮਾਂ ਵਿੱਚ ਜ਼ਿਆਦਾ ਦੇਣਗੇ। ਅਸੀਂ ਬੁੱਧ ਧੰਮ ਅਤੇ ਸੰਘ ਦੀ ਅਨੁਕੰਪਾ ਨਾਲ ਇਸ ਨੂੰ ਸ਼ੁਭ ਕਾਮਨਾ ਦਿੰਦੇ ਹਾਂ ਅਤੇ ਪਰਿਵਾਰ ਦੇ ਸੁਖੀ ਅਤੇ ਨਿਰੋਗੀ ਹੋਣ ਦੀ ਕਾਮਨਾ ਕਰਦੇ ਹਾਂ। ਇਸ ਸ਼ੁਭ ਮੌਕੇ ਤੇ ਦੇਵਲਾਲ ਸੁਮਨ ਜੀ 100 ਪਾਉਂਡ ਬੁੱਧ ਵਿਹਾਰ ਨੂੰ ਦਾਨ ਵੀ ਕਰਦੇ ਹਨ। ਇਸ ਦੇ ਨਾਲ ਹੀ ਕਮੇਟੀ ਦੇ ਮੈਂਬਰ ਜਸਵਿੰਦਰ ਕੁਮਾਰ ਬਾਘਾ ਜੀ ਬਰਮਿੰਘਮ ਤੋਂ ਪਿਛਲੇ ਹਫ਼ਤੇ 40 ਸਾਲ ਦੇ ਹੋਏ ਹਨ। 100 ਪਾਉਂਡ ਬੁੱਧ ਵਿਹਾਰਾਂ ਨੂੰ ਦਾਨ ਕਰਦੇ ਹਨ। ਅਸੀਂ ਬੁੱਧ ਧੰਮ ਅਤੇ ਸੰਘ ਦੀ ਅਨੁਕੰਪਾ ਨਾਲ ਉਹਨਾਂ ਦੇ ਨਿਰੋਗੀ ਅਤੇ ਸੁਖੀ ਹੋਣ ਦੀ ਕਾਮਨਾ ਕਰਦੇ ਹਾਂ। ਖੁਸ਼ੀਆਂ ਅਤੇ ਗਮੀਆਂ ਜ਼ਿੰਦਗੀ ਦਾ ਇੱਕ ਹਿੱਸਾ ਹੈ। ਬੜੇ ਦੁਖੀ ਹਿਰਦੇ ਨਾਲ ਮੈਂ ਇਹ ਦੱਸਣ ਜਾ ਰਿਹਾ ਹਾਂ ਕਿ ਕਮੇਟੀ ਦੇ ਫਾਊਂਡਰ ਮੈਂਬਰ ਤਰਸੇਮ ਕੌਲ ਜੀ ਦੇ ਵੱਡੇ ਭਾਈ ਰਾਮ ਪ੍ਰਤਾਪ ਕੌਲ ਜੀ ਜੋ ਇੰਡੀਆ ਵਿੱਚ ਸਨ, ਇਸ ਹਫ਼ਤੇ ਚਲਾਣਾ ਕਰ ਗਏ ਹਨ। ਬਹੁਤ ਥੋੜੇ ਸਮੇਂ ਵਿੱਚ ਤਰਸੇਮ ਕੌਲ ਜੀ ਨੇ 2 ਭਾਈ ਅਤੇ 1 ਭੈਣ ਨੂੰ ਖੋਇਆ ਹੈ। ਕੁਦਰਤ ਦੇ ਨਿਯਮਾਂ ਵਿੱਚ ਇਨਸਾਨ ਕੁਝ ਕਰ ਨਹੀਂ ਸਕਦਾ, ਪਰ ਇਨਸਾਨ ਝੰਜੋੜਿਆ ਜਾਂਦਾ ਹੈ। ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਇਹ ਤਿੰਨੋਂ ਭਾਈ ਕਾਂਸ਼ੀ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਮੇਰੇ ਨਾਲ ਪ੍ਰੋਗਰਾਮ ਵਿੱਚ ਇਕੱਠੇ ਸਨ। ਅਦਾਰਾ ਲੋਟਸ ਟੀਵੀ ਅਤੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਤਰਸੇਮ ਕੌਲ ਜੀ ਦੇ ਪਰਿਵਾਰ ਦੇ ਇਸ ਦੁੱਖ ਭਰੇ ਸਮੇਂ ਵਿੱਚ ਉਹਨਾਂ ਦੇ ਨਾਲ ਸ਼ਰੀਕ ਹਨ ਅਤੇ ਬੁੱਧ ਧੰਮ ਅਤੇ ਸੰਘ ਦੀ ਅਨੁਕੰਪਾ ਨਾਲ ਇਸ ਪਰਿਵਾਰ ਦੇ ਸੁਖੀ ਅਤੇ ਨਿਰੋਗੀ ਹੋਣ ਦੀ ਕਾਮਨਾ ਕਰਦੇ ਹਾਂ। ਅੱਜ ਭਾਰਤ ਵਿੱਚ ਟੀਚਰਸ ਡੇ ਮਨਾਇਆ ਜਾ ਰਿਹਾ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਦੀ ਬੁਨਿਆਦ ਉਸ ਦੇਸ਼ ਦੀ ਵਿੱਦਿਆ ਪ੍ਰਣਾਲੀ ਤੇ ਨਿਰਭਰ ਕਰਦੀ ਹੈ। ਵਿੱਦਿਆ ਦਾ ਮਿਆਰ ਅਧਿਆਪਕ ਤੇ ਨਿਰਭਰ ਕਰਦਾ ਹੈ। ਉਹ ਆਪਣੇ ਵਿਦਿਆਰਥੀ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਦਾ ਹੈ। ਜੋ ਗਲੋਬਲ ਫਾਰਮੂਲਾ ਹੈ ਕਿ ਇਗਨਾਈਟ देयर ਥਰਸਟ ਫਾਰ ਲਰਨਿੰਗ, ਜਾਣੀ ਕਿ ਇੱਕ ਵਿਦਿਆਰਥੀ ਦੇ ਅੰਦਰ ਜਗਿਆਸਾ ਪੈਦਾ ਕਰ ਦਿੱਤੀ ਜਾਵੇ ਕਿ ਉਸ ਨੂੰ ਗਿਆਨ ਸਿੱਖਣ ਦੀ ਭੁੱਖ ਪਿਆਸ ਲੱਗ ਜਾਵੇ, ਫਿਰ ਉਹ ਆਪਣੀ ਮੰਜ਼ਿਲ ਆਪ ਹੀ ਲੱਭ ਲਏਗਾ। ਇਹ ਕੰਮ ਕਰਨਾ ਅਧਿਆਪਕ ਦੀ ਜ਼ਿੰਮੇਵਾਰੀ ਬਣਦਾ ਹੈ। ਬਹੁਜਨ ਸਮਾਜ ਵਿੱਚ ਅਗਰ ਕੋਈ ਚੇਤਨਾ ਆਈ ਹੈ ਤਾਂ ਸਿਰਫ ਵਿਦਿਆ ਕਰਕੇ ਆਈ ਹੈ, ਜਿਸ ਦਾ ਬੀੜਾ ਮਹਾਤਮਾ ਜੋਤੀਬਾ ਫੂਲੇ ਨੇ ਚੁੱਕਿਆ, ਜਿਸ ਨੇ ਸਾਡੀ ਬਰਬਾਦੀ
ਦਾ ਇੱਕੋ ਹੀ ਕਾਰਨ ਵਿਦਿਆ ਦਾ ਨਾ ਹੋਣਾ ਦੱਸਿਆ ਹੈ। ਉਹ ਕਹਿੰਦੇ ਹਨ ਕਿ ਵਿਦਿਆ ਗਈ ਤਾਂ ਬੁੱਧੀ ਗਈ, ਬੁੱਧੀ ਗਈ ਤਾਂ ਰਾਜਨੀਤੀ ਗਈ, ਰਾਜਨੀਤੀ ਗਈ ਤਾਂ ਧਨ ਗਿਆ, ਧਨ ਗਿਆ ਤਾਂ ਧਰਮ ਗਿਆ, ਦੀਨ ਈਮਾਨ ਗਿਆ, ਸਾਡਾ ਸਭ ਕੁਝ ਗਿਆ, ਅਸੀਂ ਬਰਬਾਦ ਹੋ ਗਏ, ਅਸੀਂ ਗੁਲਾਮ ਹੋ ਗਏ। ਇਹ ਸਾਡੀ ਗੁਲਾਮੀ ਔਰ ਬਰਬਾਦੀ ਦਾ ਇੱਕੋ ਹੀ ਇੱਕ ਕਾਰਨ ਹੈ, ਵਿਦਿਆ ਦਾ ਨਾ ਹੋਣਾ। 1848 ਵਿੱਚ ਜੋਤੀਬਾ ਫੂਲੇ ਨੇ ਆਪਣੀ ਪਤਨੀ ਸਵਿਤਰੀਬਾਈ ਫੂਲੇ ਅਤੇ ਫਾਤਮਾ ਸ਼ੇਖ ਦੇ ਸਹਿਯੋਗ ਨਾਲ ਲੜਕੀਆਂ ਲਈ ਸਕੂਲ ਖੋਲ੍ਹੇ। ਇਸ ਨਾਲ ਸਵਿਤਰੀਬਾਈ ਫੂਲੇ ਭਾਰਤ ਦੀ ਪਹਿਲੀ ਲੇਡੀ ਟੀਚਰ ਦੀ ਹੱਕਦਾਰ ਬਣੀ। ਅਗਰ ਲੜਕੀਆਂ ਦੀ ਸਿੱਖਿਆ ਨਾ ਸ਼ੁਰੂ ਕੀਤੀ ਹੋਈ ਹੁੰਦੀ ਤਾਂ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਨਾ ਬਣ ਸਕਦੀ, ਪ੍ਰਤਿਭਾ ਪਟੇਲ ਰਾਸ਼ਟਰਪਤੀ ਨਾ ਬਣ ਸਕਦੀ, ਕੁਮਾਰੀ ਮਾਇਆਵਤੀ, ਜੈ ਲਲਿਤਾ, ਮਮਤਾ ਬੈਨਰਜੀ ਚੀਫ ਮਿਨਿਸਟਰ ਨਾ ਬਣ ਸਕਦੀਆਂ, ਮੀਰਾ ਕੁਮਾਰ ਲੋਕ ਸਭਾ ਦੀ ਸਪੀਕਰ ਨਾ ਬਣ ਸਕਦੀ। ਟੀਚਰਸ ਡੇ ਜਾਂ ਅਧਿਆਪਕ ਦਿਵਸ ਤੇ ਮਹਾਨ ਅਧਿਆਪਕਾਂ ਨੂੰ ਦੀ ਯਾਦ ਨੂੰ ਸਮਰਪਿਤ ਭਾਰਤ ਦੀ ਵਿਦਿਆ ਪ੍ਰਣਾਲੀ ਦਾ ਸੁਨਹਿਰੀ ਯੁੱਗ, ਪਤਨ ਅਤੇ ਦੁਬਾਰਾ ਸ਼ੁਰੂਆਤ। ਇੱਕ ਨਜ਼ਰ ਭਾਰਤ ਦੀ ਵਰਤਮਾਨ ਹਿੰਦੂਤਵ ਨਰਿੰਦਰ ਮੋਦੀ ਸਰਕਾਰ ਬਹੁਜਨ ਸਮਾਜ ਅਤੇ ਬਹੁਜਨ ਨਾਰੀ ਵਰਗ ਦੀ ਵਿਦਿਆ ਨੂੰ ਨਸ਼ਟ ਕਰਨ ਦੀ ਨੀਤੀ ਅਪਣਾ ਰਹੀ ਹੈ। ਇਸ ਦਾ ਸਮਾਧਾਨ ਕਿਵੇਂ ਕੀਤਾ ਜਾਵੇ ਚਰਚਾ ਦਾ ਵਿਸ਼ਾ ਹੈ। ਇਸ ਚਰਚਾ ਵਿੱਚ ਭਾਗ ਲੈਣ ਲਈ ਮੇਰਾ ਸਾਥ ਦੇ ਰਹੇ ਹਨ ਤੇਜ ਬੁੱਧੀ ਦੇ ਮਾਲਕ, ਤੁਹਾਡੇ ਜਾਣੇ ਪਹਿਚਾਣੇ ਸਤਿਕਾਰਯੋਗ ਫਕੀਰ ਚੰਦ ਚੌਹਾਨ ਜੀ। ਚੌਹਾਨ ਸਾਹਿਬ, ਲੋਟਸ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਜੈ ਭੀਮ, ਜੈ ਭਾਰਤ, ਨਮੋ ਬੁੱਧ। ਭਾਰਤ ਦੀ ਵਿਦਿਆ ਪ੍ਰਣਾਲੀ ਦਾ ਸੁਨਹਿਰੀ ਯੁੱਗ ਕਿਹੜਾ ਸੀ? ਅੱਜ ਜਿਹੜਾ ਆਪਾਂ ਵਰਣਨ ਕਰ ਰਹੇ ਹਾਂ ਭਾਰਤ ਦੇ ਇਤਿਹਾਸ ਦਾ, ਕਿਉਂਕਿ ਭਾਰਤ ਦੇ ਇਤਿਹਾਸ ਦੇ ਵਿੱਚ ਜਿਹੜੀ ਸਿੰਧਵਾਦੀ ਦੀ ਸਭਿਅਤਾ ਸੀ ਜੀ, ਉਹ ਆਰੀਆ ਦੇ ਉੱਥੇ ਜਾਣ ਤੋਂ ਪਹਿਲਾਂ ਦੀ ਸਭਿਅਤਾ ਸੀ ਜੀ, ਕਿਉਂਕਿ ਉਸ ਵੇਲੇ ਦੀ ਜਿਹੜੇ ਵਿਦਿਆ ਪ੍ਰਣਾਲੀ ਬਹੁਤ ਚੰਗੀ ਸੀ ਜੀ, ਕਿਉਂਕਿ ਸਾਰੇ ਭਾਰਤੀਆਂ ਨੂੰ ਨਾਰੀ ਸਮੇਤ ਵਿਦਿਆ ਪੜ੍ਹਨ ਦਾ ਅਧਿਕਾਰ ਸੀ ਜੀ। ਪਰ ਜਿਸ ਵੇਲੇ ਭਾਰਤ ਦੇ ਵਿੱਚ ਆਰੀਆ ਲੋਕ ਆ ਗਏ ਜੀ, ਕਿਉਂਕਿ ਉਹਨੇ ਭਾਰਤ ਦੇ ਵਿੱਚ ਆ ਕੇ, ਕਿਉਂਕਿ ਉਹਨਾਂ ਦੀ ਜ਼ਬਾਨ ਸੰਸਕ੍ਰਿਤ ਸੀ, ਜੀ, ਉਹਨੇ ਫਿਰ ਆਪਣੀ ਜਿਹੜੀ ਸੰਸਕ੍ਰਿਤੀ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਜੀ, ਜਾਣੀ ਉਹਨੇ ਮਤਲਬ ਰਿਗਵੇਦ ਦੀ ਰਚਨਾ ਕੀਤੀ, ਜੀ, ਕਿਉਂਕਿ ਉਹਦੇ ਵਿੱਚ ਉਹਨੇ ਵਰਨਾਂ ਦੀ ਸਥਾਪਨਾ ਕਰ ਦਿੱਤੀ। ਜੀ, ਵਰਨਾਂ ਦੇ ਵਿੱਚ ਉਹਨੇ ਬ੍ਰਾਹਮਣ ਨੂੰ ਕਿਹਾ ਵੀ ਉਹ ਬ੍ਰਹਮਾ ਦੇ ਮੂੰਹ ਚੋਂ ਪੈਦਾ ਹੋਏ, ਜੀ, ਬਈ ਵਿਦਿਆ ਦਾ ਅਧਿਕਾਰ ਸਿਰਫ ਉਹਨਾਂ ਕੋਲ ਹੀ ਹੋਣਾ ਚਾਹੀਦਾ। ਜੀ। ਜਿਸ ਵੇਲੇ ਉਹਨੇ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਭਾਰਤ ਦੇ ਵਿੱਚ, ਤਾਂ ਉਸ ਵੇਲੇ ਜਿਹੜਾ ਬੁੱਧ ਦੀ ਕ੍ਰਾਂਤੀ ਸ਼ੁਰੂ ਹੁੰਦੀ ਹੈ। ਜੀ, ਕਿਉਂਕਿ ਬੁੱਧ ਨੇ ਇਹਦਾ ਖੰਡਨ ਕੀਤਾ। ਜੀ, ਉਹਨੇ ਕਿਹਾ ਵੀ ਬਿਲਕੁਲ ਗਲਤ ਆ, ਕਿਉਂਕਿ ਜਿਹੜੀ ਪਹਿਲੀ ਪ੍ਰਣਾਲੀ ਉਹ ਸਹੀ ਸੀ। ਜੀ। ਪਰ ਉਹ ਬੁੱਧ ਯਾਨੀ ਉਦੋਂ ਫਿਰ ਬੁੱਧੀ ਰਾਜ ਭਾਰਤ ਦੇ ਵਿੱਚ ਆਇਆ। ਜੀ, ਕਿਉਂਕਿ ਜੇ ਆਪਾਂ ਉਸ ਦਾ ਜ਼ਿਕਰ ਕਰਦੇ ਹਾਂ ਤਾਂ ਉਸ ਵੇਲੇ ਫਿਰ ਉਹ ਸੁਨਹਿਰੀ ਯੁੱਗ ਸ਼ੁਰੂ ਹੋਇਆ ਜੀ, ਔਰ ਯੂਨੀਵਰਸਿਟੀਆਂ ਬਣੀਆਂ, ਸਕੂਲ ਚੱਲੇ, ਔਰ ਇੱਥੇ ਤੱਕ ਜਿਹੜੇ ਪਿੰਡਾਂ ਦੇ ਵਿੱਚ ਬੁੱਧ ਵਿਹਾਰ ਸੀ ਉਹ ਭਿਕਸ਼ੂ ਹੀ ਪੜ੍ਹਾਉਂਦੇ ਸੀ, ਜੀ, ਉਹੀ ਟੀਚਰ ਸਨ। ਜੀ, ਤੁਸੀਂ ਦੇਖੋ ਵੀ ਜਿਹੜੀ ਟੈਕਸਲਾ ਤਾਂ ਨਾਲੰਦਾ ਯੂਨੀਵਰਸਿਟੀ ਆ, ਜੀ, ਜਾਣੀ ਅਸ਼ੋਕ ਤੋਂ ਲੈ ਕੇ ਹਰਸ਼ਵਰਧਨ ਤੱਕ, ਉਹ ਤਾਂ ਭਾਰਤ ਕੀ, ਉਹ ਤਾਂ ਵਿਸ਼ਵ ਤੱਕ ਪ੍ਰਸਿੱਧ ਸੀ। ਜੀ, ਉਹ ਭਾਰਤ ਦਾ ਸੁਨਹਿਰੀ ਯੁੱਗ ਸੀ। ਜੀ। ਹਾਂਜੀ। ਅੱਛਾ, ਇਸ ਵਿਦਿਅਕ ਪ੍ਰਣਾਲੀ ਦਾ ਪਤਨ ਕਿਵੇਂ ਕੀਤਾ ਗਿਆ? ਕਿਉਂਕਿ ਜਿਹੜਾ ਆਪਾਂ ਜ਼ਿਕਰ ਕਰ ਚੁੱਕੇ ਹਾਂ ਵੀ ਜਿਹੜਾ ਆਰੀਆ ਲੋਕਾਂ ਨੇ ਵਰਣ ਵਿਵਸਥਾ ਸ਼ੁਰੂ ਕੀਤੀ ਸੀ, ਜੀ, ਉਹ ਲੋਕ ਜਾਣੀ ਸਾਜ਼ਿਸ਼ਾਂ ਰਚ ਰਹੇ ਸੀ ਜੀ, ਵੀ ਇਹ ਕਿਉਂ ਹੋ ਰਿਹਾ ਇੱਦਾਂ, ਵੀ ਜਿਹੜਾ ਬ੍ਰਾਹਮਣ ਆ ਵੀ ਅਸੀਂ ਤਾਂ ਚਾਹੁੰਦੇ ਸੀ ਵੀ ਉਹਦੇ ਕੋਲੇ ਹੋਣਾ ਚਾਹੀਦਾ, ਜੀ, ਪਰ ਉਹਨਾਂ ਦੀ ਪੇਸ਼ ਨਹੀਂ ਸੀ ਜਾਂਦੀ। ਜੀ, ਪਰ ਉਹਨੇ ਫਿਰ ਸਾਜ਼ਿਸ਼ ਰਚੀ ਵੀ ਇਹ ਜਿਹੜਾ ਰਾਜ ਹੈ ਇਹਦਾ ਅੰਤ ਕੀਤਾ ਜਾਵੇ। ਜੀ, ਉਹਨੇ ਇਸ ਦੇ ਵਿੱਚ ਘੁਸਪੈਠ ਕਰਕੇ ਭਾਰਤ ਦੇ ਵਿੱਚ ਬੋਧੀ ਰਾਜ ਦਾ ਅੰਤ ਕਰ ਦਿੱਤਾ। ਜੀ, ਔਰ ਉਹਨੇ ਫਿਰ ਆਪਣਾ ਜਿਹੜਾ ਸ਼ੰਕਰਾਚਾਰੀਆ ਸੀ ਆਦਿ, ਉਹਨੂੰ ਮਨੂ ਦੇ ਨਾਲ ਮਿਲ ਕੇ ਮਨੂ ਨੇ ਫਿਰ ਮਨੂ ਸਮਰਤੀ ਲਿਖੀ। ਜੀ, ਉਹਨੇ ਫਿਰ ਜਿਹੜੇ ਰਾਜ ਨਵੇਂ ਸ਼ੁਰੂ ਹੋਏ ਉਹਨਾਂ ਨੂੰ ਆਦੇਸ਼ ਕੀਤੇ ਵੀ ਜਿਹੜੀ ਵਿਦਿਆ ਦਾ ਅਧਿਕਾਰ ਹੈ ਉਹ ਬ੍ਰਾਹਮਣ ਕੋਲ ਹੋਣਾ ਚਾਹੀਦਾ। ਜੀ, ਔਰ ਰਾਜਿਆਂ ਨੂੰ ਆਦੇਸ਼ ਦਿੱਤੇ ਵੀ ਇਹਨੂੰ ਲਾਗੂ ਕਰਨ।
ਜੀ ਵੀ ਬਿਲਕੁਲ ਜਿਹੜਾ ਹੋਰ ਕਿਸੇ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ। ਉਹ ਫਿਰ ਜਾਣੀ ਪੱਤਣ ਹੋਇਆ। ਜੀ ਔਰ ਇੱਥੇ ਦੱਸਣਾ ਬਹੁਤ ਜ਼ਰੂਰੀ ਆ ਵੀ ਜਿਹੜੇ ਰਾਜਿਆਂ ਨੇ ਇਦਾਂ ਦੇ ਆਦੇਸ਼ ਕੀਤੇ ਵੀ ਜਿਹੜਾ ਵੀ ਵਿੱਦਿਆ ਪ੍ਰਾਪਤ ਕਰੂਗਾ ਉਹਨੂੰ ਸਜ਼ਾ ਦਿੱਤੀ ਜਾਊਗੀ। ਜੀ ਜਿੱਦਾਂ ਰਾਮ ਨੇ ਸ਼ੰਭੂਕ ਨੂੰ ਸਜ਼ਾ ਦਿੱਤੀ ਜੀ ਵੀ ਤੂੰ ਤਾਂ ਸ਼ੂਦਰ ਸੀਗਾ, ਜੀ ਵੀ ਤੂੰ ਕਿਉਂ ਵਿੱਦਿਆ ਪ੍ਰਾਪਤ ਕੀਤੀ। ਜੀ। ਤੁਸੀਂ ਦੇਖੋ ਉਹਦਾ ਹੁਣ ਸਿਰ ਕੱਟਿਆ। ਜੀ ਔਰ ਬਾਕੀ ਵੀ ਰਾਜਿਆਂ ਨੂੰ ਮਨੁ ਸਮ੍ਰਿਤੀ ਵਿੱਚ ਆਦੇਸ਼ ਦਿੱਤੇ ਗਏ ਆ ਵੀ ਜੇ ਤੁਸੀਂ ਇਹ ਪਤਾ ਕਰੋ ਵੀ ਕੋਈ ਸ਼ੂਦਰ ਤਾਂ ਅਤੀ ਸ਼ੂਦਰ ਵਿੱਦਿਆ ਤਾਂ ਨਹੀਂ ਪ੍ਰਾਪਤ ਕਰਦਾ, ਜੀ ਵੀ ਉਹਨਾਂ ਦੀ ਜੀਭ ਕੱਟੀ ਜਾਵੇ, ਜੀ ਉਹਨਾਂ ਨੂੰ ਮਤਲਬ ਉਹਨਾਂ ਦੇ ਕੰਨਾਂ ਸਿੱਕਾ ਪਾਇਆ ਜਾਵੇ। ਜੀ ਔਰ ਇਹ ਫਿਰ ਪੱਤਣ ਸ਼ੁਰੂ ਹੋ ਗਿਆ। ਜੀ। ਔਰ ਇੱਥੇ ਦੱਸਣਾ ਬਹੁਤ ਜ਼ਰੂਰੀ ਆ ਵੀ ਦੇਖੋ ਉਹ ਜਿਹੜੇ ਲੋਕ ਸੀ ਉਹਨੇ ਇਹ ਭਾਰਤ ਨੂੰ ਵੀ ਇੰਨਾ ਨੁਕਸਾਨ ਕੀਤਾ। ਜੀ ਔਰ ਭਾਰਤ ਦੇ ਵਿੱਚ ਮੁਗਲ ਆਏ ਜੀ ਔਰ ਉਹਨੇ ਮੁਗਲਾਂ ਦੇ ਨਾਲ ਵੀ ਸੰਧੀ ਕਰ ਲਈ। ਜੀ ਔਰ ਤੁਸੀਂ ਦੇਖੋ ਵੀ ਜਿਹੜੀ ਫਾਰਸੀ ਜਿਹੜੀ ਲੈਂਗੁਏਜ ਜਾਣੀ ਭਾਰਤ ਦੀ ਹੋ ਗਈ ਜੀ ਔਰ ਉਹ ਫਾਰਸੀ ਦਾ ਸ਼ਬਦ ਹਿੰਦੂ ਆ, ਜੀ ਉਹ ਭਾਰਤੀ ਤਾਂ ਸ਼ਬਦ ਹੀ ਨਹੀਂ ਸੀ। ਜੀ ਉਹਨੇ ਉਹਨਾਂ ਦੇ ਨਾਲ ਮਿਲ ਕੇ ਫਾਰਸੀ ਨੂੰ ਭਾਰਤ ਦੀ ਲੈਂਗੁਏਜ ਮੰਨ ਲਿਆ ਆਫੀਸ਼ੀਅਲ। ਜੀ ਔਰ ਦੂਸਰੇ ਪਾਸੇ ਜਾਣੀ ਉਹਨਾਂ ਨੂੰ ਮੁਗਲਾਂ ਨੂੰ ਵੀ ਕਹਿ ਦਿੱਤਾ ਵੀ ਜਿੱਥੇ ਸਾਡਾ ਰਾਜ ਹੈ ਤੁਸੀਂ ਦਖਲ ਨਹੀਂ ਦੇਣਾ, ਜੀ ਵੀ ਜਿਹੜੇ ਸ਼ੂਦਰ ਅਤੇ ਅਤੀ ਸ਼ੂਦਰ ਆ ਉਹਨਾਂ ਨੂੰ ਬਿਲਕੁਲ ਪੜ੍ਹਨ ਨਹੀਂ ਦੇਣਾ। ਜੀ ਜਾਣੀ ਇਹ ਭਾਰਤ ਦਾ ਇੱਕ ਪੱਤਣ ਹੋ ਗਿਆ। ਜੀ ਅੱਛਾ, ਦੁਬਾਰਾ ਵਿਦਿਅਕ ਪ੍ਰਣਾਲੀ ਕਦੋਂ ਅਤੇ ਕਿਵੇਂ ਸ਼ੁਰੂ ਹੋਈ? ਜਿਸ ਵੇਲੇ ਮੁਗਲਾਂ ਦਾ ਰਾਜ ਅਖੀਰ ਤੇ ਆ ਗਿਆ ਹੂੰ ਉਸ ਵੇਲੇ ਅੰਗਰੇਜ਼ ਭਾਰਤ ਦੇ ਵਿੱਚ ਪਹੁੰਚ ਚੁੱਕੇ ਸਨ। ਹੂੰ ਈਸਟ ਇੰਡੀਆ ਕੰਪਨੀ ਦੇ ਰਾਹੀਂ ਉਹ ਭਾਰਤ ਵਿੱਚ ਪਹੁੰਚ ਚੁੱਕੇ ਸਨ। ਹੂੰ ਕਿਉਂਕਿ ਉਹਨੀ ਜਦ ਆ ਕੇ ਭਾਰਤ ਦੀ ਸਾਰੀ ਸਮਾਜਿਕ ਦਾ ਵਿਸ਼ਲੇਸ਼ਣ ਕੀਤਾ ਉਹ ਹੈਰਾਨ ਰਹਿ ਗਏ। ਜੀ ਕਿਉਂਕਿ ਉਹਨੇ ਕਿਹਾ ਵੀ ਇੱਥੇ ਤਾਂ ਬਹੁਤ ਬੁਰਾ ਹਾਲ ਹੈ, ਜੀ ਵੀ ਜਿਹੜੀ ਵਿੱਦਿਆ ਜਿਹੜੀ ਹੈ ਉਹ ਤਾਂ ਥੋੜੇ ਲੋਕਾਂ ਤੱਕ ਹੈ। ਜੀ ਪਰ ਉਹਨੇ ਫਿਰ ਜਿਸ ਵੇਲੇ ਆਪਣਾ ਜਾਣੀ ਇੱਥੇ ਜਿੱਤਾਂ ਸ਼ੁਰੂ ਕੀਤੀਆਂ, ਜੀ ਪਹਿਲਾਂ ਤਾਂ ਉਹਨੇ ਆਰਮੀ ਬਣਾਈ। ਜੀ ਉਹ ਜਿਹੜੀ ਆਰਮੀ ਬਣਾਈ ਉਹਦੇ ਵਿੱਚ ਉਹਨੇ ਜਿਹੜੇ ਨਿਯਮ ਰੱਖੇ, ਉਹਨੇ ਕਿਹਾ ਵੀ ਅਸੀਂ ਸਾਰੇ ਹੀ ਭਾਰਤੀਆਂ ਨੂੰ ਭਰਤੀ ਕਰਨਾ। ਜੀ ਉਹ ਬ੍ਰਾਹਮਣ ਉਹਦਾ ਵਿਰੋਧ ਕਰਨ ਲੱਗ ਪਏ। ਜੀ ਉਹਨੇ ਕਿਹਾ ਵੀ ਤੁਸੀਂ ਭਾਵੇਂ ਇੱਥੇ ਆ ਗਏ ਆ ਪਰ ਇਹ ਤਾਂ ਸਾਡਾ ਹੀ ਹੱਕ ਹੈ। ਜੀ ਪਰ ਉਹ ਮੰਨੇ ਨਹੀਂ। ਜੀ ਜਾਣੀ ਅੰਗਰੇਜ਼ਾਂ ਨੇ ਕਿਹਾ ਵੀ ਅਸੀਂ ਜਿਹੜੀ ਸਾਡੀ ਫੌਜ ਆ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਭਰਤੀ ਕਰਨਾ। ਜੀ ਉਹਨੇ ਫਿਰ ਜਿਹੜੀ ਉਹਦੇ ਵਿੱਚ ਮਹਾਰਾਂ ਨੂੰ ਵੀ ਭਰਤੀ ਕੀਤਾ, ਜੀ ਉਹਨਾਂ ਦੀ ਵੀ ਰੈਜੀਮੈਂਟ ਬਣਾਈ। ਜੀ ਔਰ ਫਿਰ ਜਾਣੀ ਉਹ ਜਿਸ ਵੇਲੇ ਉਹਨੇ ਉਹ ਫੌਜ ਦੇ ਵਿੱਚ ਉਹਨਾਂ ਦਾ ਨਿਯਮ ਸੀ ਵੀ ਇਹਨਾਂ ਨੂੰ ਅਸੀਂ ਪੜਾਉਣਾ, ਜੀ ਔਰ ਉਹਨੇ ਪੜਾਉਣਾ ਸ਼ੁਰੂ ਕੀਤਾ। ਜੀ ਔਰ ਬਾਅਦ ਦੇ ਵਿੱਚ ਜਿਉਂ-ਜਿਉਂ ਉਹ ਜਿੱਤਾਂ ਪ੍ਰਾਪਤ ਕਰਦੇ ਗਏ ਤਾਂ ਉਹਨੇ ਜੇ ਪਹਿਲਾਂ ਬੰਗਾਲ ਨੂੰ ਜਿੱਤਿਆ 1757 'ਚ। ਜੀ ਉਹ ਜਿੱਥੇ ਹੀ ਜਿੱਤ ਪ੍ਰਾਪਤ ਕਰਦੇ ਸੀ ਉੱਥੇ ਹੀ ਉਹਨਾਂ ਦਾ ਫਿਰ ਐਜੂਕੇਸ਼ਨ ਸਿਸਟਮ ਜਿਹੜੀ ਪ੍ਰਣਾਲੀ ਸ਼ੁਰੂ ਹੋ ਜਾਂਦੀ ਹੈ। ਜੀ ਉਹ ਸ਼ੁਰੂਆਤ ਹੈ ਜੀ। ਜੀ ਅੱਛਾ, ਇਹ ਵਿਦਿਅਕ ਪ੍ਰਣਾਲੀ 1902 ਤੱਕ ਕਿਸ ਸਥਿਤੀ ਤੇ ਪਹੁੰਚੀ? ਦੇਖੋ ਜਿਉਂ-ਜਿਉਂ ਅੰਗਰੇਜ਼ ਜਿੱਤਾਂ ਪ੍ਰਾਪਤ ਕਰਦੇ ਗਏ, ਜੀ ਕਿਉਂਕਿ ਉਹਨੇ ਜਿੱਥੇ ਵੀ ਉਹ ਜਿੱਤ ਪ੍ਰਾਪਤ ਕਰਦੇ ਸੀ ਉਹਨਾਂ ਦਾ ਵਿਰੋਧ ਵੀ ਹੁੰਦਾ ਸੀ ਜੀ ਵੀ ਤੁਸੀਂ ਜਿੱਤ ਪ੍ਰਾਪਤ ਕਰੀ ਜਾਓ ਪਰ ਇਹ ਜਿਹੜੇ ਸ਼ੂਦਰ ਤੇ ਅਤੀ ਸ਼ੂਦਰ ਆ ਇਹਨਾਂ ਨੂੰ ਪੜਾਓ ਨਾ, ਜੀ ਕਿਉਂਕਿ ਇਹ ਸਾਡੇ ਸਿਸਟਮ ਦੇ ਵਿਰੁੱਧ ਹੈ। ਜੀ ਕਿਉਂਕਿ ਸਾਡੇ ਵੇਦ ਕਹਿੰਦੇ ਆ ਵੀ ਇਹ ਜਿਹੜੇ ਲੋਕ ਆ ਇਹ ਤਾਂ ਸਿਰਫ ਸੇਵਾ ਕਰਨ ਵਾਸਤੇ ਹੈ, ਜੀ ਇਹ ਵਿੱਦਿਆ ਕਰਨ ਲਈ। ਪਰ ਜਿਉਂ ਜਿਸ ਭੀਮਾ ਕੋਰੇਗਾਉਂ ਦੀ ਜਿਹੜੀ ਮਤਲਬ ਜਿੱਤ ਹੋਈ ਆ ਜੀ ਉਹਦੇ ਵਿੱਚ ਬਹੁਤ ਵੱਡੀ ਰਾਹਤ ਮਿਲੀ। ਜੀ ਕਿਉਂਕਿ ਉਹ ਜਿਹੜਾ ਪੇਸ਼ਵਾ ਰਾਜਾ ਸੀਗਾ ਉਹ ਬਹੁਤ ਇਹਨੂੰ ਸਖਤੀ ਨਾਲ ਲਾਗੂ ਕੀਤਾ ਸੀ। ਜੀ ਕਿਉਂਕਿ ਤੁਸੀਂ ਦੇਖੋ ਵੀ ਜਿਹੜੇ ਮਹਾਰ ਲੋਕ ਆ ਉਹ ਤਾਂ ਬਿਲਕੁਲ ਹੀ ਜਾਣੀ ਮੂੰਹ ਮੁਰੇ ਕੁੱਜੇ ਬਣੇ ਹੋਏ ਸੀ, ਝਾੜੂ ਸੀ। ਜੀ ਔਰ ਬਾਕੀ ਜਿਹੜੀਆਂ ਸ਼ੂਦਰ ਜਾਤੀਆਂ ਉਹਨਾਂ ਨੂੰ ਵੀ ਬਿਲਕੁਲ ਇਜਾਜ਼ਤ ਨਹੀਂ ਸੀ। ਜੀ ਪਰ ਜਿਸ ਵੇਲੇ ਜੋਤੀਬਾ ਫੂਲੇ ਦਾ ਟਾਈਮ ਆਉਂਦਾ ਹੈਗਾ ਉਸ ਵੇਲੇ ਜਾਣੀ ਬ੍ਰਾਹਮਣਾਂ ਨੇ ਸੰਗਠਨ ਬਣਾਏ ਹੋਏ ਸੀ ਵੀ ਜਾ ਕੇ ਪਤਾ ਕਰੋ ਜੀ ਵੀ ਕਿਤੇ ਕੋਈ ਇਹ ਪੜ੍ਹਦੇ ਤਾਂ ਨਹੀਂ। ਜੀ ਉਹ ਜਿੱਥੇ ਵੀ ਪੜ੍ਹਦੇ ਸੀ ਉਹਨਾਂ ਨੂੰ ਸਕੂਲਾਂ 'ਚੋਂ ਕਢਾਉਂਦੇ ਸੀ। ਜੀ ਜੋਤੀਬਾ ਫੂਲੇ ਨੂੰ ਵੀ ਇਦਾਂ ਹੀ ਕਢਾ ਦਿੱਤਾ ਸੀ। ਜੀ ਪਰ ਇੱਥੇ ਦੱਸਣਾ ਬਹੁਤ ਜ਼ਰੂਰੀ ਆ ਵੀ ਜਿਸ ਵੇਲੇ ਉਹ ਆਪਣੇ ਬਾਪ ਦੇ ਕੋਲ ਦੁਕਾਨ ਤੇ ਆ ਗਿਆ ਤਾਂ ਉਹ ਉੱਥੇ ਦੋ ਬੰਦੇ ਆਏ, ਉਹ ਟੀਚਰ ਸੀ। ਜੀ ਇੱਕ ਤਾਂ ਉਹ ਮੌਲਵੀ ਸੀਗਾ, ਇੱਕ ਈਸਾਈ ਪਾਦਰੀ ਸੀ। ਕ੍ਰਿਸਚੀਅਨ ਸੀ। ਜੀ ਹਾਂ, ਉਹਨੇ ਫਿਰ ਉਹਦੇ ਬਾਪ ਨੂੰ ਪੁੱਛਿਆ ਵੀ ਇਹ ਲੜਕਾ ਪੜ੍ਹਨ ਕਿਉਂ ਨਹੀਂ ਜਾਂਦਾ। ਜੀ ਉਹਨੇ ਕਿਹਾ ਵੀ ਆਹ ਘਟਨਾ ਹੋਈ ਹੈ। ਜੀ ਉਹਨੇ ਕਿਹਾ ਵੀ ਸਾਡੇ ਸਕੂਲ 'ਚ ਭੇਜ ਤੂੰ ਇਹਨੂੰ। ਜੀ ਉਹਨੇ ਫਿਰ ਜਾਣੀ ਉਹਨਾਂ ਨੂੰ ਪੜ੍ਹਾਇਆ। ਜੀ ਤੁਸੀਂ ਦੇਖੋ ਅੱਜ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਉੱਦਾਂ ਦੇ ਟੀਚਰਾਂ ਦਾ ਸਨਮਾਨ ਹੋਣਾ ਚਾਹੀਦਾ। ਬਿਲਕੁਲ। ਪਰ ਉਹ ਜੋਤੀਬਾ ਫੂਲੇ ਨੇ ਜਿਸ ਵੇਲੇ ਪੜ੍ਹ ਲਿਆ ਉਹ ਪੂਨੇ ਦਾ ਵੱਡਾ ਵਿਦਵਾਨ ਬਣਿਆ। ਜੀ ਉਹਨੇ ਆਪਣੀ ਜਾਣੀ ਪਤਨੀ ਨੂੰ ਪੜ੍ਹਾਇਆ, ਸਵਿਤਰੀ ਬਾਈ ਨੂੰ। ਔਰ ਉਹਨੇ ਫਿਰ ਰਲ ਕੇ ਜਿਹੜਾ ਸਕੂਲ 1 ਜਨਵਰੀ 1848 ਨੂੰ ਖੋਲ੍ਹਿਆ। ਔਰ ਇਹ ਜਾਣੀ ਵਿਦਿਅਕ ਕ੍ਰਾਂਤੀ ਸ਼ੁਰੂ ਹੋ ਗਈ। ਜੀ
ਅੱਛਾ, ਇਸ ਵਿਦਿਅਕ ਕ੍ਰਾਂਤੀ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਅੱਗੇ ਵਧਣ ਦੇ ਕਿਵੇਂ ਮੌਕੇ ਦਿੱਤੇ? ਕਿਉਂਕਿ ਜਿਸ ਵੇਲੇ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਜਿਸ ਵੇਲੇ ਅੰਗਰੇਜ਼ ਉੱਥੇ ਚਲੇ ਗਏ, ਪਹਿਲਾਂ ਤਾਂ ਇਹਨੀ ਆਰਮੀ ਦੇ ਵਿੱਚ ਸ਼ੁਰੂ ਕੀਤੀ, ਜੀ ਕਿਉਂਕਿ ਜਿਹੜੇ ਮਹਾਰ ਰੈਜੀਮੈਂਟ ਸੀਗੇ ਔਰ ਹੋਰ ਰੈਜੀਮੈਂਟ ਸੀ, ਨਹੀਂ ਕਿਹਾ ਵੀ ਅਸੀਂ ਤੁਹਾਨੂੰ ਪੜ੍ਹਾਵਾਂਗੇ। ਜੀ ਪਹਿਲਾਂ ਤਾਂ ਦੇਖੋ ਉਹਨਾਂ ਦਾ ਪਿਤਾ ਜਿਹੜਾ ਰਾਮ ਜੀ ਸੀ ਉਹ ਸੂਬੇਦਾਰ ਸੀ, ਜੀ ਉਹ ਜਿਹੜਾ ਮਿਲਟਰੀ ਦਾ ਸਕੂਲ ਸੀ ਉਹਦੇ ਉਹ ਹੈਡਮਾਸਟਰ ਸਨ, ਜੀ ਜਾਣੀ ਉਹ ਪੜ੍ਹਾਉਂਦੇ ਸਨ। ਫਿਰ ਉਹਨੇ ਆਪਣੇ ਮਤਲਬ ਲੜਕੇ ਨੂੰ, ਪਰਿਵਾਰ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਇਸ ਕਰਕੇ ਬਾਬਾ ਸਾਹਿਬ ਨੂੰ ਵੀ ਜਿਹੜੇ ਨਾਲ ਦੀ ਨਾਲ ਜਿਹੜੇ ਅਫਸਰ ਪ੍ਰਾਪਤ ਹੁੰਦੇ ਗਏ, ਜੀ ਜਾਣੀ ਇਹ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ। ਜੀ ਅੱਛਾ, ਡਾਕਟਰ ਅੰਬੇਡਕਰ ਨੇ ਕਿਵੇਂ ਬਹੁਜਨ ਸਮਾਜ ਅਤੇ ਸਮੂਹ ਨਾਰੀ ਵਰਗ ਦੀ ਵਿੱਦਿਆ ਵਾਸਤੇ ਸੰਘਰਸ਼ ਜਾਰੀ ਰੱਖਿਆ? ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਦੇਖੋ ਜਿਸ ਵੇਲੇ ਉਹਨੇ ਆਪ ਜਾਣੀ ਵਿੱਦਿਆ ਪ੍ਰਾਪਤ ਕਰ ਲਈ, ਜੀ ਉਤੋਂ ਹੀ ਉਹਨੇ ਕਿਹਾ ਵੀ ਜਾਣੀ ਵਿੱਦਿਆ ਤੋਂ ਬਿਨਾਂ ਕਲਿਆਣ ਨਹੀਂ। ਇਹਦੇ ਨਾਲ ਹੀ ਮੈਂ ਇੱਕ ਹੋਰ ਥੋੜਾ ਜਿਹਾ ਜੋੜਦਾ, ਪੂਰਾ ਕੁਐਸਚਨ ਬਣ ਜਾਊਗਾ। ਕਿਹੜੇ ਨੇਤਾ ਆਪਣੇ ਸੰਗਠਨਾਂ ਰਾਹੀਂ ਉਹਨਾਂ ਦੇ ਵਿਰੁੱਧ ਖੜੇ ਹੋਏ ਅਤੇ ਸਫਲ ਨਹੀਂ ਹੋਏ? ਕਿਉਂਕਿ ਜਿਸ ਵੇਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਪਣੇ ਪਿਤਾ ਤੋਂ ਪ੍ਰੇਰਣਾ ਲੈ ਕੇ ਜੀ ਜਾਣੀ ਵਿੱਦਿਆ ਸ਼ੁਰੂ ਕੀਤੀ, ਜੀ ਜਾਣੀ ਉਹ ਮਤਲਬ ਉਹਨਾਂ ਦੀ ਵੀ ਬਹੁਤ ਲਗਨ ਸੀ, ਕਿਉਂਕਿ ਉਹਨੇ ਜੋਤੀਬਾ ਫੂਲੇ ਨੂੰ ਆਪਣਾ ਗੁਰੂ ਮੰਨਿਆ, ਜੀ ਕਿਉਂਕਿ ਉਹਨੇ ਕਿਹਾ ਵੀ ਮੇਰੇ ਉਹ ਗੁਰੂ ਆ। ਜੀ ਪਰ ਉਹ ਜਿਸ ਵੇਲੇ ਮਤਲਬ ਉਹਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ, ਜੀ ਤੁਸੀਂ ਦੇਖੋ ਵੀ ਪਹਿਲਾਂ ਤਾਂ ਉਹਨਾਂ ਦੇ ਬਾਪ ਦੀ ਜਿੱਥੇ ਵੀ ਬਦਲੀ ਹੁੰਦੀ ਸੀ ਨਾਲ ਜਾਣਾ ਪੈਂਦਾ ਸੀ, ਜੀ ਪਰ ਜਿਸ ਵੇਲੇ ਉਹ ਬੰਬਈ ਆ ਕੇ ਰਹਿਣ ਲੱਗ ਪਏ ਜੀ ਤਾਂ ਉੱਥੇ ਫਿਰ ਜ਼ਿਆਦਾ ਸਹੂਲਤਾਂ ਸੀ। ਜੀ ਜਿਹੜਾ ਉੱਥੇ ਦਾ ਐਲਫਿੰਸਟਨ ਹਾਈ ਸਕੂਲ ਆ ਔਰ ਐਲਫਿੰਸਟਨ ਕਾਲਜ ਆ, ਇਹ 1856 'ਚ ਅੰਗਰੇਜ਼ਾਂ ਨੇ ਬਣਾਇਆ ਸੀ। ਜੀ ਉੱਥੇ ਫਿਰ ਜਿਸ ਵੇਲੇ ਉਹ ਪੜ੍ਹਨ ਲੱਗ ਪਏ ਤਾਂ ਉੱਥੋਂ ਹੀ ਉਹਨਾਂ ਨੂੰ ਜਿਹੜਾ ਸ਼ਾਹੂ ਜੀ ਮਹਾਰਾਜ ਆ, ਜੀ ਉਹਨੂੰ ਪਤਾ ਲੱਗਾ ਵੀ ਇਹ ਤਾਂ ਬਹੁਤ ਚੰਗਾ ਕੰਮ ਹੈ। ਜੀ ਜਾਣੀ ਸ਼ਾਹੂ ਜੀ ਮਹਾਰਾਜ ਨੇ ਉਹਨਾਂ ਦੀ ਬਹੁਤ ਮਦਦ ਕੀਤੀ। ਜੀ ਪਰ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਉਹ ਵਿਰੋਧ ਕੀਤਾ, ਵਿਰੋਧ ਵਾਲੇ ਸੰਗਠਨ। ਕਿਉਂਕਿ ਉਸ ਵੇਲੇ ਸਭ ਤੋਂ ਜ਼ਿਆਦਾ ਵਿਰੋਧ ਬਾਲ ਗੰਗਾਧਰ ਤਿਲਕ ਨੇ ਕੀਤਾ। ਜੀ ਜਾਣੀ ਉਹਨੇ ਕਿਹਾ ਵੀ ਜਿਹੜੇ ਅੰਗਰੇਜ਼ ਬਿਲਕੁਲ ਗਲਤ ਆ, ਵੀ ਇਹ ਤਾਂ ਬ੍ਰਾਹਮਣਾਂ ਦਾ ਅਧਿਕਾਰ ਆ। ਜੀ ਪਰ ਫਿਰ ਇਸ ਤਰ੍ਹਾਂ ਪਰ ਜਿਹੜੀ ਬਾਬਾ ਸਾਹਿਬ ਦੀ ਲਗਨ ਬਹੁਤ ਸੀ, ਉਹ ਅੱਗੇ ਵਧਦੇ ਗਏ। ਜੀ ਅੱਛਾ, ਅੰਗਰੇਜ਼ ਸਰਕਾਰ ਨੇ 1935 ਦੇ ਮਿੰਨੀ ਸੰਵਿਧਾਨ ਰਾਹੀਂ ਕਿਵੇਂ ਬਹੁਜਨ ਸਮਾਜ ਅਤੇ ਨਾਰੀ ਵਰਗ ਨੂੰ ਵਿੱਦਿਆ ਦੇ ਅਧਿਕਾਰ ਦਿੱਤੇ? ਕਿਉਂਕਿ ਜਿਸ ਵੇਲੇ ਇਹ ਮੂਵਮੈਂਟ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਅੱਗੇ ਚਲਾਈ ਔਰ ਸ਼ਾਹੂ ਜੀ ਮਹਾਰਾਜ ਨੇ ਰਾਖਵਾਂਕਰਨ ਲਾਗੂ ਕਰ ਦਿੱਤਾ 1902 ਦੇ ਵਿੱਚ, ਕਿਉਂਕਿ ਜਿਹੜੇ ਵੀ ਵਿਦਿਆਰਥੀ ਪੜ੍ਹਦੇ ਸਨ ਜੀ ਉਹ ਪੜ੍ਹ ਕੇ ਫਿਰ ਉਹਨਾਂ ਹੀ ਸਕੂਲਾਂ ਦੇ ਵਿੱਚ ਟੀਚਰ ਲੱਗਦੇ ਸੀ। ਜੀ ਕਿਉਂਕਿ ਪਹਿਲੀ ਦਾ ਪੜਾਅ ਹੈਗਾ ਪੜ੍ਹਾਈ ਦਾ, ਦੂਸਰਾ ਫਿਰ ਉਹ ਬਿਊਰੋਕ੍ਰੇਸੀ ਦੇ ਵਿੱਚ ਵੀ ਲੱਗ ਪਏ ਹੋਣ। ਜੀ ਜਾਣੀ ਉਹ ਬਿਊਰੋਕ੍ਰੇਸੀ ਦੇ ਵਿੱਚ ਆ ਕੇ ਜਾਣੀ ਉਹ ਫਿਰ ਅੱਗੇ ਜਾਣੀ ਮਤਲਬ ਜਦ ਸ਼ਾਹੂ ਜੀ ਮਹਾਰਾਜ ਨੇ ਰਾਖਵਾਂਕਰਨ ਸ਼ੁਰੂ ਕੀਤਾ ਤਾਂ ਉਹ ਫਿਰ ਬਿਊਰੋਕ੍ਰੇਸੀ ਦੇ ਵਿੱਚ ਵੀ ਆਏ। ਜੀ ਔਰ ਬਾਅਦ ਦੇ ਵਿੱਚ ਫਿਰ ਜਿਸ ਵੇਲੇ ਬਾਬਾ ਸਾਹਿਬ ਜਾਣੀ ਪਹਿਲਾਂ ਉਹਨੇ ਮੈਟ੍ਰਿਕ ਕੀਤੀ, ਫਿਰ BA ਕੀਤੀ, ਫਿਰ ਉਹ ਅਮਰੀਕਾ ਦੇ ਵਿੱਚ ਗਏ ਪੜ੍ਹਨ ਹਾਂਜੀ ਔਰ ਉਹਨਾਂ ਨੂੰ ਜ਼ਿਆਦਾ ਫਿਰ ਪਤਾ ਲੱਗ ਗਿਆ। ਜੀ ਪਰ ਉਹ ਉਹਨੇ ਫਿਰ ਅੰਦੋਲਨ ਸ਼ੁਰੂ ਕੀਤਾ, ਜਾਣੀ ਅੰਗਰੇਜ਼ ਉਹਨਾਂ ਦੇ ਨਾਲ ਸਹਿਮਤ ਹੁੰਦੇ ਸਨ। ਜੀ ਪਰ ਜਿਹੜਾ ਹੁਣ ਆਪਣਾ 1935 ਦੀ ਗੱਲ ਆ, ਜੀ ਫਿਰ ਉਹ ਅੰਗਰੇਜ਼ਾਂ ਨੇ ਜਾਣੀ ਇਹਨੂੰ ਕਾਨੂੰਨੀ ਮਾਨਤਾ ਦਿੱਤੀ। ਜੀ ਉਹਨੇ ਕਿਹਾ ਵੀ ਇਹ ਜਿਹੜੇ ਲੋਕ ਆ ਜੀ ਵੀ ਇਹਨਾਂ ਨੂੰ ਜਬਰੀ ਰੋਕਿਆ ਗਿਆ ਪੜ੍ਹਨ ਤੋਂ। ਜੀ ਉਹਨੇ ਉਹ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਬਣਾਇਆ 1935 ਦਾ, ਜੀ ਉਹ 1931 ਦੀ ਜਿਹੜੀ ਹੈ ਸੈਂਸਸ, ਜੀ ਉਹਦੇ ਵਿੱਚੋਂ ਉਹਨੇ ਉਹ ਜਾਤੀਆਂ ਲੱਭੀਆਂ ਜੀ ਵੀ ਇਹ ਜਾਤੀਆਂ ਨੂੰ ਪੜ੍ਹਨ ਤੋਂ ਰੋਕਿਆ ਗਿਆ। ਜੀ ਉਹ ਜਿਹੜਾ 1935 ਦਾ ਐਕਟ ਆ, ਉਹਦੇ ਵਿੱਚ ਕਿਹਾ ਗਿਆ ਵੀ ਇਹਨਾਂ ਜਾਤੀਆਂ ਨੂੰ ਸਰਕਾਰ ਪੜ੍ਹਾਵੇ, ਜੀ ਇਹਨਾਂ ਦੀਆਂ ਫੀਸਾਂ ਮਾਫ ਹੋਣ, ਜੀ ਕਾਲਜਾਂ ਦੇ ਵਿੱਚ ਇਹਨਾਂ ਦੇ ਵਿੱਚ ਰਾਖਵੀਆਂ ਸੀਟਾਂ ਹੋਣ, ਜੀ ਇਹਨਾਂ ਨੂੰ ਵਜ਼ੀਫੇ ਮਿਲਣ। ਜੀ ਜਾਣੀ ਇਹ 1935 ਦਾ ਜਿਹੜਾ ਐਕਟ ਆ, ਇਹ ਵਿੱਦਿਆ ਦਾ ਇੱਕ ਫਾਊਂਡੇਸ਼ਨ ਹੈ। ਜੀ। ਹਾਂਜੀ ਹਾਂਜੀ। ਅੱਛਾ, ਇਹਨਾਂ ਵਿਦਿਅਕ ਅਧਿਕਾਰਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਵੇਂ ਲਾਗੂ ਕਰਵਾਇਆ? ਉਹਨਾਂ ਨੂੰ ਕਿਹੜੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਜਿਸ ਵੇਲੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਉਹ ਲਾਗੂ ਹੋ ਗਿਆ, ਜੀ ਉਸ ਵੇਲੇ ਲੋਕਾਂ ਨੂੰ ਜਾਣਕਾਰੀ ਮਿਲਣ ਲੱਗ ਪਈ ਵੀ ਹੁਣ ਸਾਨੂੰ ਪੜ੍ਹਨਾ ਚਾਹੀਦਾ, ਜੀ ਕਿਉਂਕਿ ਪਹਿਲਾਂ ਤਾਂ ਪੜ੍ਹਨੇ ਹੀ ਨਹੀਂ ਦਿੰਦੇ। ਜੀ ਉਹ ਫਿਰ ਜਿਸ ਵੇਲੇ ਪੜ੍ਹਨ ਲੱਗ ਪਏ ਔਰ ਜ਼ਿਆਦਾ ਜਿਹੜੀ ਮੂਵਮੈਂਟ ਚੱਲੀ ਹੈ ਬੰਬੇ ਪ੍ਰੈਜ਼ੀਡੈਂਸੀ ਤੋਂ, ਜੀ ਕਿਉਂਕਿ ਸਾਰਾ ਭਾਰਤ ਦੇ ਵਿੱਚ ਜਿੰਨੀਆਂ ਵੀ ਉਸ ਵੇਲੇ ਅੰਗਰੇਜ਼ਾਂ ਨੇ ਸਟੇਟਾਂ ਬਣਾਈਆਂ ਸੀ, ਜੀ ਕਿਉਂਕਿ ਜਿਹੜੀ ਅਵੇਕਨਿੰਗ ਪਹਿਲਾਂ ਬੰਬੇ ਪ੍ਰੈਜ਼ੀਡੈਂਸੀ 'ਚ ਆਈ ਹੈ, ਜੀ ਬਾਕੀ ਸਟੇਟਾਂ ਦੇ ਵਿੱਚ ਬਾਅਦ ਆਈ ਹੈ। ਜੀ ਔਰ ਤੁਸੀਂ ਦੇਖੋ ਵੀ ਜਿਹੜੇ ਜਿੱਥੇ ਜਿੱਥੇ ਵੀ ਅੰਗਰੇਜ਼ ਜਾਂਦੇ ਸੀ ਉੱਥੇ ਹੀ
ਜਾਣੀ ਆਉਂਦੀ ਸੀ। ਜੀ। ਪਰ ਉਹ ਜਿਸ ਵੇਲੇ ਫਿਰ ਅੰਗਰੇਜ਼ਾਂ ਨੇ ਕਿਹਾ ਵੀ ਅਸੀਂ ਭਾਰਤ ਦਾ ਸੰਵਿਧਾਨ ਜਾਣੀ ਭਾਰਤ ਨੂੰ ਆਜ਼ਾਦ ਕਰਨਾ, ਜੀ ਉਹ ਜਿਹੜਾ ਸੰਵਿਧਾਨ ਦੀ ਰਚਨਾ ਹੋਈ ਆ ਜੀ ਉਹ ਫਿਰ ਕੌਂਸਟੀਟਿਊਂਟ ਅਸੈਂਬਲੀ ਦੇ ਵਿੱਚ ਬਾਬਾ ਸਾਹਿਬ ਕਿਉਂਕਿ ਸੰਵਿਧਾਨ ਨਿਰਮਾਤਾ ਸਨ, ਜੀ। ਉਹਨੇ ਕਿਹਾ ਵੀ ਇਹ ਜਿਹੜਾ 1935 ਦਾ ਐਕਟ ਆ ਜੀ। ਇਹ ਸਾਰੇ ਦਾ ਸਾਰਾ ਸੰਵਿਧਾਨ ਦੇ ਵਿੱਚ ਐਂਟਰ ਹੋਣਾ ਚਾਹੀਦਾ। ਜੀ ਉਹ ਬਹੁਤ ਲੋਕਾਂ ਨੇ ਉਹਨੇ ਵਿਰੋਧ ਕੀਤਾ। ਜੀ ਉਹਨੇ ਕਿਹਾ ਵੀ ਅਸੀਂ ਕਿੱਦਾਂ ਇੰਨਾ ਖਰਚਾ ਦੇਵਾਂਗੇ। ਉਹ ਫਿਰ ਬਾਬਾ ਸਾਹਿਬ ਨੇ ਦੱਸਿਆ ਵੀ ਇਹ ਸੰਵਿਧਾਨ ਉਹਦੇ 1935 ਦੇ ਐਕਟ ਦੇ ਵਿੱਚ ਲਿਖਿਆ ਹੈ ਜੀ ਵੀ ਤੁਸੀਂ ਇਹਨਾਂ ਲੋਕਾਂ ਨੂੰ ਅਨਪੜ੍ਹ ਰੱਖਿਆ, ਜੀ ਨਾ ਇਹਨਾਂ ਕੋਲ ਜ਼ਮੀਨਾਂ ਨਾ ਕੋਈ ਕਾਰੋਬਾਰ ਆ, ਵੀ ਇਹ ਤਾਂ ਤਦੇ ਹੀ ਪੜ੍ਹ ਸਕਦੇ ਆ। ਉਹ ਸਾਰੇ ਦਾ ਸਾਰਾ ਜਿਹੜਾ ਭਾਰਤੀ ਸੰਵਿਧਾਨ 1935 ਦੇ ਦੇ ਵਿੱਚ ਵਿੱਚ ਉਹਨਾਂ ਨੇ- ਜਾਣੀ ਦਰਜ ਹੋ ਗਿਆ। ਰਾਈਟ। ਅੱਛਾ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਆਪਣੇ ਸੰਘਰਸ਼ ਨਾਲ ਕਿਵੇਂ ਬਹੁਜਨ ਸਮਾਜ ਅਤੇ ਨਾਰੀ ਵਰਗ ਵਿੱਦਿਆ ਦੇ ਖੇਤਰ ਵਿੱਚ ਅੱਗੇ ਵਧਿਆ? ਦੇਖੋ ਜਿਹੜਾ ਆਪਾਂ ਜ਼ਿਕਰ ਕਰ ਚੁੱਕੇ ਹਾਂ, ਇੱਕ ਤਾਂ ਸਰਕਾਰੀ ਕੰਮ ਹੁੰਦਾ। ਜੀ ਤੁਸੀਂ ਦੇਖੋ ਵੀ ਉਹਨਾਂ ਦੀ ਜੱਦੋ ਜਹਿਦ ਦੇ ਨਾਲ 1935 ਦਾ ਐਕਟ ਬਣਿਆ ਸੀ, ਜੀ ਕਿਉਂਕਿ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀ। ਜੀ ਉਹਨੇ ਬ੍ਰਿਟਿਸ਼ ਸਰਕਾਰ ਨੂੰ ਸਾਰੀ ਗੱਲ ਦੱਸੀ ਵੀ ਇਦਾਂ ਲੋਕਾਂ ਨੂੰ ਅਨਪੜ੍ਹ ਰੱਖਿਆ ਗਿਆ। ਜੀ ਔਰ ਉਹ ਜਿਸ ਵੇਲੇ ਸੰਵਿਧਾਨ ਦੇ ਵਿੱਚ ਦਰਜ ਹੋ ਗਿਆ, ਫਿਰ ਉਹ ਭਾਰਤ ਨੇ ਆਜ਼ਾਦ ਹੋਣਾ ਸੀ। ਜੀ ਫਿਰ ਹੁਣ ਉਹ ਤੁਸੀਂ ਦੇਖੋ ਵੀ ਜੇ ਜਿਸ ਵੇਲੇ ਆਜ਼ਾਦੀ ਮਿਲਣੀ ਸੀ ਤਾਂ ਫਿਰ ਤਾਂ ਸਰਕਾਰ ਨੇ ਹੀ ਲਾਗੂ ਕਰਨਾ ਸੀ। ਜੀ ਉਹ ਫਿਰ ਜਾਣੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਾਣੀ ਕਿਹਾ ਵੀ ਜਿਹੜੀ ਹੁਣ ਜਿਹੜਾ 1946 ਦੇ ਵਿੱਚ ਜਵਾਹਰ ਲਾਲ ਨਹਿਰੂ ਜਿਹੜੇ ਇੰਟਰਮ ਪ੍ਰਾਈਮ ਮਿਨਿਸਟਰ ਬਣ ਗਏ ਸੀ, ਜੀ ਉਹਨੀ ਜਾਣੀ ਜ਼ੋਰ ਪਾਉਣਾ ਸ਼ੁਰੂ ਕੀਤਾ ਵੀ ਜੋ ਕੁਝ ਲਿਖਿਆ ਇਹਨੂੰ ਲਾਗੂ ਕਰਨਾ। ਜੀ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਹੁਤ ਤਵੱਜੋ ਸੀ। ਜੀ ਉਹਨੇ ਕਿਹਾ ਵੀ ਮੈਂ ਆਪਣੀ ਕੋਸ਼ਿਸ਼ ਦੇ ਨਾਲ ਵੀ ਕਰਨਾ। ਜੀ ਉਹਨੇ ਜਾਣੀ ਮਤਲਬ ਕਿਹਾ ਵੀ ਜਿਹੜੀ ਸਰਕਾਰ ਕੋਲ ਇੰਨੇ ਸਕੂਲ ਨਹੀਂ, ਇੰਨੇ ਕਾਲਜ ਨਹੀਂ, ਉਹਨੇ ਕਿਹਾ ਵੀ ਅਸੀਂ ਪੀਪਲਜ਼ ਐਜੂਕੇਸ਼ਨ ਸੁਸਾਇਟੀ ਬਣਾਉਣੀ ਹੈ। ਜੀ ਉਹਨੇ ਤੁਸੀਂ ਦੇਖੋ ਵੀ ਉਹਨਾਂ ਨੂੰ ਇੰਨੀ ਜਾਣੀ ਉਹਨਾਂ ਦੀ ਕੋਸ਼ਿਸ਼ ਸੀਗੀ। ਬੰਬਈ ਦੇ ਵਿੱਚ ਇੱਕ ਬਿਲਡਿੰਗ ਸੀ ਪਈ ਖਾਲੀ ਜੀ ਜਾਪਾਨੀਆਂ ਦੀ, ਜੀ ਉਹਨੇ ਪੀਪਲਜ਼ ਐਜੂਕੇਸ਼ਨ ਸੁਸਾਇਟੀ ਬਣਾਈ। ਉਹਨੇ ਕਿਹਾ ਵੀ ਇਹ ਬਿਲਡਿੰਗ ਖਰੀਦ ਕੇ ਜਾਣੀ ਇੱਥੇ ਪਹਿਲਾ ਕਾਲਜ ਖੋਲ੍ਹਣਾ ਜੀ 1946 ਦੇ ਵਿੱਚ। ਜੀ ਉਹ ਪੈਸਾ ਤਾਂ ਕੋਲ ਹੈ ਨਹੀਂ ਸੀ ਕੋਲ। ਜੀ ਫਿਰ ਉਹ ਜਵਾਹਰ ਲਾਲ ਨਹਿਰੂ ਨੂੰ ਮਿਲੇ ਵੀ ਦੇਖ ਵੀ ਇਹ ਜੋ ਕੁਝ ਸੰਵਿਧਾਨ ਦੇ ਵਿੱਚ ਲਿਖਿਆ ਆ ਜੀ ਵੀ ਸਰਕਾਰੀ ਸਕੂਲਾਂ ਦੀ ਤਾਂ ਵੱਖਰੀ ਗੱਲ ਆ, ਕਾਲਜਾਂ ਦੀ ਜੀ ਵੀ ਅਸੀਂ ਵੀ ਕਾਲਜ ਖੋਲ੍ਹਣ ਲੱਗੇ ਵੀ ਸਾਨੂੰ ਪੈਸਾ ਚਾਹੀਦਾ। ਜੀ ਉਹ ਨਹਿਰੂ ਤਾਂ ਵਿਰੁੱਧ ਸੀ, ਜੀ ਕਿਉਂਕਿ ਉਹ ਤਾਂ ਚਾਹੁੰਦਾ ਸੀ ਵੀ ਅਸੀਂ ਸਰਕਾਰੀ ਵੀ ਨਹੀਂ ਲਾਗੂ ਹੋਣ ਦੇਣੀ ਵੀ ਇਹ ਤਾਂ। ਪਰ ਫਿਰ ਉਹਨੂੰ ਮਤਲਬ ਪੇਸ਼ ਨਹੀਂ ਉਹਦੀ ਗਈ। ਜੀ ਉਹਨੇ ਕਿਹਾ ਵੀ ਅਸੀਂ ਤੁਹਾਨੂੰ ਇਹ 12 ਲੱਖ ਰੁਪਈਆ ਦੇ ਰਹੇ ਹਾਂ ਵੀ ਤੁਸੀਂ ਐਗਰੀਮੈਂਟ ਕਰ ਲਓ ਵੀ 50,000 ਰੁਪਈਆ ਤੁਸੀਂ ਸਾਲ ਦੀ ਸਾਲ ਮੋੜਨਾ। ਜੀ ਬਾਬਾ ਸਾਹਿਬ ਨੇ ਕਿਹਾ ਵੀ ਮੋੜਾਂਗੇ। ਜੀ ਇਸ ਕਰਕੇ ਪੀਪਲਜ਼ ਐਜੂਕੇਸ਼ਨ ਵੀ ਸ਼ੁਰੂਆਤ ਹੋ ਗਈ ਔਰ ਜਿਹੜੀ ਸਰਕਾਰ ਵੱਲੋਂ ਵੀ ਸ਼ੁਰੂਆਤ ਹੋ ਗਈ। ਔਰ ਪਹਿਲਾ ਕਾਲਜ ਜਿਹੜਾ ਸਿਧਾਰਥ ਕਾਲਜ ਆ ਉਹ 1946 ਦੇ ਵਿੱਚ ਵੀ ਸ਼ੁਰੂ ਹੋ ਗਿਆ। ਹਾਂਜੀ ਤੁਸੀਂ ਇਹਦੇ ਵਿੱਚ ਪ੍ਰਧਾਨ ਮੰਤਰੀ ਦੇ ਵਿਊ ਬਾਰੇ ਤਾਂ ਦੱਸ ਹੀ ਦਿੱਤਾ, ਪਰ ਫਿਰ ਵੀ ਮੈਂ ਇਹ ਪੁੱਛਣਾ ਕਿ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਬਹੁਜਨ ਸਮਾਜ ਅਤੇ ਸਮੂਹ ਨਾਰੀ ਵਰਗ ਦੀ ਵਿੱਦਿਆ ਖੇਤਰ ਵਿੱਚ ਕਿਹੋ ਜਿਹੀ ਰੁਚੀ ਰੱਖਦਾ ਸੀ? ਆਪਾਂ ਦੇਖੋ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ ਜਿਸ ਵੇਲੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਬਣਿਆ, ਜੀ ਇਨੀ ਲੋਕਾਂ ਨੇ ਉਦੋਂ ਵੀ ਵਿਰੋਧ ਕੀਤਾ ਸੀ ਜੀ ਵੀ ਇਹ ਜਿਹੜਾ ਸਰਕਾਰ ਇਹਨਾਂ ਲੋਕਾਂ ਨੂੰ ਕਹਿੰਦੀ ਵੀ ਇਹਨਾਂ ਦੀਆਂ ਫੀਸਾਂ ਮਾਫ ਹੋਣੀਆਂ ਚਾਹੀਦੀਆਂ, ਵਜ਼ੀਫੇ ਮਿਲਣੇ ਚਾਹੀਦੇ ਆ। ਉਦੋਂ ਵੀ ਕਾਂਗਰਸ ਵਿਰੋਧ ਕਰਦੀ ਸੀ। ਜੀ ਪਰ ਜਿਸ ਵੇਲੇ ਸੰਵਿਧਾਨ ਅਚਿਆ ਉਦੋਂ ਵੀ ਵਿਰੋਧ ਦਾ ਕੀਤੀ, ਜੀ ਕਿਉਂਕਿ ਉਹ ਜਵਾਹਰ ਲਾਲ ਨਹਿਰੂ ਨੂੰ ਪਤਾ ਸੀ ਵੀ ਜ਼ਿਆਦਾ ਲੋਕ ਪੜ੍ਹ ਜਾਣਗੇ, ਨਹੀਂ ਬਿਊਰੋਕ੍ਰੇਸੀ ਚ ਆਉਣਾ। ਜੀ ਵੱਡੀ ਤਾਂ ਗੱਲ ਹੈ ਉਹ ਬਾਬਾ ਸਾਹਿਬ ਤੋਂ ਬਹੁਤ ਦੁਖੀ ਸੀ ਜੀ ਵੀ ਇਹ ਇੰਨਾ ਪੜ੍ਹ ਕੇ ਸਾਡੀ ਪੇਸ਼ ਨਹੀਂ ਜਾਣ ਦਿੰਦਾ। ਜੀ ਇਸ ਕਰਕੇ ਜਾਣੀ ਉਹਦੀ ਜਿਹੜੀ ਇਹ ਸੀਗੀ ਵੀ ਇਹਨੂੰ ਮੈਂ ਬਿਲਕੁਲ ਲਾਗੂ ਨਹੀਂ ਹੋਣ ਦੇਣਾ। ਜੀ। ਪਰ ਦੂਸਰੇ ਪਾਸੇ ਜਿਹੜਾ ਹੁਣ ਦੱਸਣਾ ਚਾਹੁੰਦੇ ਆ ਵੀ ਤੁਸੀਂ ਦੇਖੋ ਵੀ ਉਹਨਾਂ ਲੋਕਾਂ ਨੂੰ ਉਹ ਪ੍ਰਮੋਟ ਕਰਦਾ ਸੀ ਜਿਹੜੇ ਮਤਲਬ ਹਿੰਦੂ ਧਰਮ ਨੂੰ ਮੰਨਣ ਵਾਲੇ ਸੀ। ਜੀ ਜਿੱਦਾਂ ਅੱਜ ਜਿਹੜਾ ਆਪਾਂ ਦਿਨ ਮਨਾ ਰਹੇ ਆ, ਜੀ ਜੀ ਕਿਉਂਕਿ ਤੁਸੀਂ ਦੇਖੋ ਵੀ ਉਹ ਨਹਿਰੂ ਨੂੰ ਨਹੀਂ ਸੀ ਪਤਾ ਵੀ ਸਵਿਤਰੀ ਬਾਈ ਫੁੱਲੇ ਟੀਚਰ ਸੀ, ਜੀ ਵੀ ਜੋਤੀਬਾ ਫੁੱਲੇ ਟੀਚਰ ਸੀ। ਜੀ ਉਹਨੂੰ ਜਾਣ ਕੇ ਡਾਕਟਰ ਸਰਵੇਪੱਲੀ ਰਾਧਾ ਕ੍ਰਿਸ਼ਨਨ ਨੂੰ ਜੀ ਜਾਣੀ ਉਹਦਾ ਅੱਜ 5 ਸਤੰਬਰ ਨੂੰ ਜਨਮ ਦਿਨ ਸੀ, ਜੀ ਜਾਣੀ ਉਹਦੇ ਮਨ ਦੇ ਵਿੱਚ ਪਹਿਲਾਂ ਹੀ ਇਹ ਵੀ ਮੈਂ ਇੱਕ ਸਵਾਲ ਤੁਹਾਡੇ ਕੋਲੋਂ ਪੁੱਛਣਾ ਸੀ ਵੀ ਜਿਹੜੀ ਦੁਨੀਆ ਆ ਹਾਂਜੀ ਉਹ ਹੋਰ ਦਿਨ ਨੂੰ ਟੀਚਰਸ ਡੇ ਮਨਾਉਂਦੀ ਆ, ਲੇਕਿਨ ਭਾਰਤ ਜਿਹੜਾ 5 ਸਤੰਬਰ ਨੂੰ ਕਿਉਂ ਮਨਾਉਂਦਾ? ਕਿਉਂਕਿ ਜਿਹੜੇ ਹਿੰਦੂ ਧਰਮ ਤਾਂ ਹਿੰਦੂ ਤਵ ਨੂੰ ਮੰਨਣ ਵਾਲੇ ਆ, ਜਾਂ ਮਨੂਵਾਦ ਨੂੰ ਜਾਂ ਬ੍ਰਾਹਮਣਵਾਦ ਨੂੰ ਜਾਂ ਵੈਦਿਕ ਸੰਸਕ੍ਰਿਤੀ ਨੂੰ, ਉਹ ਉਹਨਾਂ ਲੋਕਾਂ ਨੂੰ ਪ੍ਰਮੋਟ ਕਰਦੇ ਆ ਜੀ ਵੀ ਜਿਹੜੇ ਬ੍ਰਾਹਮਣ ਆ। ਜੀ ਕਿਉਂਕਿ ਜਿੰਨੇ ਵੀ ਉਹ ਕਹਿੰਦੇ ਵੀ ਇਹ ਜਿਹੜਾ ਤਾਂ ਕਿੱਤਾ ਤਾਂ ਇਹ ਬ੍ਰਾਹਮਣਾਂ ਦਾ ਸੀ, ਜੀ
ਜਿਹੜਾ ਸਰਵੇਪੱਲੀ ਰਾਧਾ ਕ੍ਰਿਸ਼ਨਨ ਆ ਉਹਨੂੰ ਜਾਣੀ ਨਹਿਰੂ ਸਰਕਾਰ ਨੇ ਰਜਿੰਦਰ ਪ੍ਰਸਾਦ ਨੇ ਪ੍ਰਮੋਟ ਕੀਤਾ। ਜੀ ਉਹ ਜਿਹੜਾ ਬੰਦਾ ਮਤਲਬ ਪਹਿਲਾਂ ਉਹ ਆਕਸਫੋਰਡ ਪੜ੍ਹਾਉਂਦਾ ਸੀ, ਜੀ ਉਹ ਬਾਈ ਬਰਥ ਬ੍ਰਾਹਮਣ ਸੀ। ਜੀ ਫਿਰ ਉਹਨੂੰ ਜਾਣੀ ਨਹਿਰੂ ਨੇ ਆਜ਼ਾਦੀ ਤੋਂ ਬਾਅਦ ਅੰਬੈਸਡਰ ਇੱਥੇ ਰਸ਼ੀਆ ਦੇ ਵਿੱਚ ਲਾਇਆ। ਜੀ ਫਿਰ ਉਹਨੂੰ ਬਾਅਦ ਦੇ ਵਿੱਚ ਕਿਹਾ ਵੀ ਰਜਿੰਦਰ ਪ੍ਰਸਾਦ ਨੂੰ ਅਸੀਂ ਪ੍ਰੈਜ਼ੀਡੈਂਟ ਬਣਾਇਆ ਤੂੰ ਵਾਈਸ ਪ੍ਰੈਜ਼ੀਡੈਂਟ ਬਣਾ। ਪਰ ਉਹ ਤੋਂ ਪਹਿਲਾਂ ਹੀ ਕਿਹਾ ਗਿਆ ਸੀ ਵੀ ਜਿੰਨੀਆਂ ਤੇਰੀਆਂ ਲਿਖਤਾਂ ਆ ਜੀ ਤੇ ਉਹਦੇ ਵਿੱਚ ਕਹਿਣਾ ਵੀ ਜਿਹੜੀ ਹਿੰਦੂ ਵਿਚਾਰਧਾਰਾ ਹੈ ਸਭ ਤੋਂ ਚੰਗੀ ਹੈ, ਜੀ ਹਿੰਦੂ ਸਭਿਅਤਾ ਸਭ ਤੋਂ ਚੰਗੀ ਹੈ। ਜੀ। ਔਰ ਨਾਲੇ ਉਹਨੂੰ ਇਹ ਕਿਹਾ ਵੀ ਬੋਧੀਆਂ ਨੂੰ ਵੀ ਥੱਲੇ ਰੱਖਣ ਲਈ ਤੂੰ ਹਰੇਕ ਆਰਟੀਕਲ 'ਚ ਸਪੀਚ ਇਹ ਕਹਿਣਾ ਵੀ ਜਿਹੜਾ ਬੁੱਧ ਹੈ ਵਿਸ਼ਨੂੰ ਦਾ ਨੌਵਾਂ ਅਵਤਾਰ ਸੀ। ਜੀ ਇਹਨਾਂ ਗੱਲਾਂ ਕਰਕੇ ਜਾਣੀ ਉਹਨੂੰ ਇਹ ਦਿੱਤੀ, ਜੀ ਕਿਉਂਕਿ ਉਹਨੂੰ ਪ੍ਰਮੋਟ ਇਸ ਕਰਕੇ ਕੀਤਾ। ਇਹ ਇੱਕ ਹੋਰ ਬੰਦਾ ਪੈਦਾ ਹੋਣ ਵਾਲਾ, ਤੁਸੀਂ ਉਹਦੇ ਬਾਰੇ ਮੈਂ ਉਧਰ ਨੂੰ ਆਉਣਾ ਹਾਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ 6 ਦਸੰਬਰ 1956 ਨੂੰ ਪਰਿਨਿਰਵਾਣ ਹੋ ਗਿਆ। ਇਸ ਸਾਲ ਉਹਨਾਂ ਦੇ ਸੰਘਰਸ਼ ਨਾਲ ਕਿਹੜਾ ਵਿਦਿਆਰਥੀ ਗ੍ਰੈਜੂਏਸ਼ਨ ਕਰਨ ਵਿੱਚ ਸਫਲ ਹੋ ਗਿਆ? ਦੇਖੋ ਜਿਹੜਾ 1935 ਦਾ ਐਕਟ ਹੈ, ਜੀ ਤੁਸੀਂ ਦੇਖੋ ਵੀ ਭਾਰਤ ਕਿੱਡਾ ਵੱਡਾ ਦੇਸ਼ ਹੈ, ਉਹਦੇ ਵਿੱਚ ਜਾਣੀ ਉਹਦੇ ਵਿੱਚ ਕਿਹਾ ਗਿਆ ਵੀ ਜਿਹੜੀਆਂ ਸਟੇਟਾਂ ਆ ਜੀ ਉਹ ਇਸ ਵਿੱਦਿਆ ਨੂੰ ਲਾਗੂ ਕਰਨ। ਜੀ ਜਿੱਦਾਂ ਹੁਣ ਆਪਣਾ ਪੰਜਾਬ ਹੈ, ਜੀ ਬੰਬੇ ਪ੍ਰੈਜ਼ੀਡੈਂਸੀ ਹੈ, ਜੀ ਜਾਣੀ ਜਿਹੜਾ ਪੰਜਾਬ ਹੈ ਜੀ ਇੱਥੇ ਵੀ ਤੁਸੀਂ ਦੇਖੋ ਵੀ ਜਿਹੜੀਆਂ ਅੰਗਰੇਜ਼ਾਂ ਨੇ ਯੂਨੀਵਰਸਿਟੀਆਂ ਬਣਾਈਆਂ ਸੀ, ਜੀ ਪਹਿਲਾਂ 3 ਜਿਹੜੀਆਂ ਵੱਡੀਆਂ ਬਣਾਈਆਂ ਸੀ 1857 'ਚ, ਜੀ ਇਹ ਕਲਕੱਤੇ, ਬੰਬਈ ਤਾਂ ਮਦਰਾਸ। ਜੀ ਫਿਰ ਜਿਸ ਵੇਲੇ ਪੰਜਾਬ ਉਹਨਾਂ ਦੇ ਥੱਲੇ ਆ ਗਿਆ ਫਿਰ ਉਹਨੇ ਪੰਜਾਬ ਵੱਲ ਧਿਆਨ ਦਿੱਤਾ। ਜੀ ਜਿਹੜੀ ਲਾਹੌਰ ਯੂਨੀਵਰਸਿਟੀ ਬਣੀ ਸੀ ਉਹ 1882 'ਚ ਬਣੀ ਸੀ ਪੰਜਾਬ ਦੇ ਵਿੱਚ, ਜੀ ਔਰ ਪੰਜਾਬ ਦੇ ਵਿੱਚ ਵੀ ਲੋਕ ਪੜ੍ਹਨ ਲੱਗ ਪਏ। ਜੀ ਜਿਹੜਾ ਮਾਨਵਰ ਕਾਂਸ਼ੀ ਰਾਮ ਸੀਗਾ ਜੀ ਇਹ ਵੀ ਉਹਨਾਂ ਜਾਣੀ ਜਿਹਨੀ ਹੈ ਨਾ 1935 ਦੇ ਐਕਟ ਦਾ ਫਾਇਦਾ ਲੈ ਕੇ ਪੜ੍ਹੇ ਜਾਣੀ। ਜੀ ਮਾਨਵਰ ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਹੋਇਆ ਸੀ। ਜੀ ਉਹ ਵੀ ਫਿਰ ਇਹਦੇ ਅੰਡਰ ਹੀ ਪੜ੍ਹਿਆ। ਜੀ ਤੁਸੀਂ ਦੇਖੋ ਵੀ ਉਹਨੀ ਪੜ੍ਹਾਈ ਕਰਦੇ ਕਰਦੇ ਨੇ ਜਾਣੀ ਉਸੇ ਸਾਲ ਜਾਣੀ ਅਪ੍ਰੈਲ 1956 ਨੂੰ ਜਿਹੜਾ ਰੋਪੜ ਦਾ ਸਰਕਾਰੀ ਕਾਲਜ ਹੈ ਜੀ ਉੱਥੋਂ ਨੇ ਫਿਜ਼ਿਕਸ ਦੇ ਵਿੱਚ ਜੀ BSc ਕੀਤੀ ਸੀ। ਜੀ ਇਹ ਵੀ ਸਾਰੀ ਬਾਬਾ ਸਾਹਿਬ ਦੀ ਦੇਣ ਹੈ, ਜੀ ਕਿਉਂਕਿ ਜਿੰਨੇ ਵੀ ਉਦ ਤੱਕ ਪੜ੍ਹੇ ਆ ਉਹ ਜੇ ਬਾਬਾ ਸਾਹਿਬ ਅਧਿਕਾਰ ਨਾਲ ਲੈ ਕੇ ਦਿੰਦੇ ਜੀ ਤਾਂ ਲੋਕਾਂ 'ਚ ਵਿੱਦਿਆ ਆਉਣੀ ਨਹੀਂ ਸੀ, ਜੀ ਔਰ ਬਿਊਰੋਕ੍ਰੇਸੀ 'ਚ ਵੀ ਤਦੇ ਹੀ ਆਏ ਆ, ਜੀ ਕਿਉਂਕਿ ਇਹ ਉਹਨਾਂ ਦੀ ਦੇਣ ਹੈ। ਹਾਂਜੀ ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਰੋਕਦਾ ਕਿਉਂਕਿ ਟੈਕਨੀਕਲ ਪ੍ਰੋਬਲਮ ਹੋਣ ਕਰਕੇ ਸਾਡਾ ਪ੍ਰੋਗਰਾਮ ਲੇਟ ਚੱਲਿਆ। ਉਹ ਸਾਡੇ ਕੁਐਸਚਨ ਹੀ ਉਹ ਚੋਂ ਕੱਟ ਕਰਨੇ ਪੈਣੇ ਆ। ਲੇਕਿਨ ਸਵਾਲ ਇਹ ਆ ਕਿ ਜੋ ਤੁਹਾਡੇ ਸਾਨੂੰ ਫੋਨ ਆਏ ਆ ਇਹ ਵੀ ਦੱਸਣਾ ਬਹੁਤ ਜ਼ਰੂਰੀ ਆ। ਰਾਮਪਾਲ ਝੱਲੀ, ਮਿੰਦੋ ਝੱਲੀ ਡਾਲਸਟਨ ਤੋਂ ਦੇਵਲਾਲ ਸੁਮਨ ਨੂੰ ਕੰਗ੍ਰੈਚੁਲੇਟ ਕਰ ਰਹੇ ਨੇ। ਜਗਦੀਸ਼ ਦਾਦਰਾ, ਸਮਿਤਰੀ ਦਾਦਰਾ ਦੇਵ ਸੁਮਨ ਨੂੰ ਕੰਗ੍ਰੈਚੁਲੇਟ ਕਰ ਰਹੇ ਨੇ। ਤਰਸੇਮ ਕੌਲ, ਦੇਬੋ ਕੌਲ ਕੰਗ੍ਰੈਚੁਲੇਟ ਕਰ ਰਹੇ ਨੇ। ਸੋਹਣ ਲਾਲ ਸਾਂਪਲਾ ਜੀ ਜਰਮਨ ਤੋਂ ਕਰ ਰਹੇ ਨੇ। KL ਚਾਂਦ ਬੈਡਫੋਰਡ ਤੋਂ ਕੰਗ੍ਰੈਚੁਲੇਟ ਕਰ ਰਹੇ ਨੇ। ਸੋਢੀ ਰਾਮ ਜਸਲ ਕਮਲੇਸ਼ ਕੰਗ੍ਰੈਚੁਲੇਟ ਕਰ ਰਹੇ ਨੇ। ਸ਼ਾਦੀ ਸਤਿਆ ਸੱਲਣ ਵੈਰੀ ਗੁੱਡ ਪ੍ਰੋਗਰਾਮ ਕੰਗ੍ਰੈਚੁਲੇਟ ਦੇਵ ਕਰ ਰਹੇ ਤੇ ਨਾਲ 25 ਪਾਉਂਡ ਲੋਟਸ ਟੈਲੀਵਿਜ਼ਨ ਨੂੰ ਦਾਨ ਵੀ ਦੇ ਰਹੇ ਨੇ। ਰਾਮ ਪ੍ਰਕਾਸ਼ ਹੁਸ਼ਿਆਰਪੁਰੀ ਜੀ ਕੰਗ੍ਰੈਚੁਲੇਟ ਦੇਵ ਜੀ ਨੂੰ ਕਰ ਰਹੇ ਨੇ ਤੇ ਤਰਸੇਮ ਕੌਲ ਦੇ ਭਰਾ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ। ਮਿੰਦੋ ਰੱਤੂ ਲੱਖ ਲੱਖ ਵਧਾਈਆਂ ਦੇ ਰਹੇ ਨੇ ਤੇ ਤਰਸੇਮ ਕੌਲ ਦੇ ਭਰਾ ਨੂੰ ਸ਼ਰਧਾਂਜਲੀ ਅਰਪਣ ਕਰ ਰਹੇ ਨੇ। ਧਰਮਚੰਦ ਮਹੇ ਕੰਗ੍ਰੈਚੁਲੇਟ ਕਰ ਰਹੇ ਨੇ ਦੇਵ ਕੌਲ ਨੂੰ ਔਰ ਸ਼ਰਧਾਂਜਲੀ ਤਰਸੇਮ ਕੌਲ ਦੇ ਭਰਾ ਨੂੰ ਕਰ ਰਹੇ ਨੇ ਤੇ ਕਹਿੰਦੇ ਨੇ ਕਿ ਫੈਂਟੈਸਟਿਕ ਪ੍ਰੋਗਰਾਮ। ਮੂਰਤੀ ਮੱਲ, ਹਰਭਜਨੋ ਮੱਲ ਕੰਗ੍ਰੈਚੁਲੇਟ ਕਰ ਰਹੇ ਹਨ ਦੇਵ ਸੁਮਨ ਨੂੰ। ਹਰਦਿਆਲ ਭਾਟੀਆ ਵੈਰੀ ਗੁੱਡ ਪ੍ਰੋਗਰਾਮ ਔਰ ਨਾਲ ਕੰਗ੍ਰੈਚੁਲੇਟ ਕਰ ਰਹੇ ਨੇ ਦੇਵ ਸੁਮਨ ਜੀ ਨੂੰ। ਅਲੀਸ਼ਾ ਚੌਹਾਨ ਕੰਗ੍ਰੈਚੁਲੇਟ ਦੇਵ ਨੂੰ ਕਰ ਰਹੇ ਆ ਵੈਰੀ ਗੁੱਡ ਪ੍ਰੋਗਰਾਮ, ਗ੍ਰੈਂਡਡੈਡ ਵੈਲ ਡਨ। ਤੁਹਾਡੀ ਪੋਤੀ ਜੀ ਕਹਿ ਰਹੇ ਆ ਜੀ। ਸ਼ਾਮ ਲਾਲ ਕੈਂਥ ਵੈਰੀ ਗੁੱਡ ਪ੍ਰੋਗਰਾਮ। ਪ੍ਰੇਮ ਚਮਕੀਲਾ ਨਰਿੰਦਰ ਕੰਗ੍ਰੈਚੁਲੇਟ ਕਰ ਰਹੇ ਨੇ। ਕੁਲਦੀਪ ਮੈਮੀ ਜਸਵਿੰਦਰ ਕੰਗ੍ਰੈਚੁਲੇਟ ਕਰ ਰਹੇ ਨੇ। ਹਰਮੇਸ਼ ਦਾਦਰੇ ਮੀਨਾ ਕੰਗ੍ਰੈਚੁਲੇਟ ਕਰ ਰਹੇ ਨੇ। ਉਰਮਲਾ ਕੌਲ ਕੰਗ੍ਰੈਚੁਲੇਟ ਕਰ ਰਹੇ ਨੇ ਦੇਵ ਸੁਮਨ ਨੂੰ। ਵੋਇਸ ਆਫ ਇੰਡੀਆ ਦੀਵਾਨ ਮਹਿੰਦਰਾ ਕੰਗ੍ਰੈਚੁਲੇਟ ਕਰ ਰਹੇ ਨੇ।
ਤੇ ਨਾਲ 25 ਪਾਉਂਡ ਉਹ ਲੋਟਸ ਟੈਲੀਵਿਜ਼ਨ ਨੂੰ ਦਾਨ ਕਰ ਰਹੇ ਨੇ। ਪ੍ਰੇਮ ਮਾਨ ਲੰਡਨ ਤੋਂ ਕੰਗ੍ਰੈਚੁਲੇਟ ਕਰ ਰਹੇ ਨੇ ਦੇਵ ਸੁਮਨ ਨੂੰ। ਰੇਖਾ ਵਰਿੰਦਰ ਪੌਲ ਕੰਗ੍ਰੈਚੁਲੇਟ ਕਰ ਰਹੇ ਨੇ ਦੇਵ ਸੁਮਨ ਨੂੰ। ਜਸਵਿੰਦਰ ਭਾਟੀਆ ਕੰਗ੍ਰੈਚੁਲੇਟ ਕਰ ਰਹੇ ਨੇ ਟੀਚਰਸ ਡੇ ਦੇ ਉੱਤੇ। ਮੈਂ ਇਹਨਾਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ, ਕਿਉਂਕਿ ਸਾਡਾ ਪ੍ਰੋਗਰਾਮ ਉਲੀਕਿਆ ਸੀ ਤਾਂ ਕਿ ਅਸੀਂ ਸਭ ਕੁਝ ਦੱਸ ਸਕੀਏ। ਅਨਫੋਰਚੂਨੇਟਲੀ ਨੀਅਰਲੀ 10 ਮਿੰਟ ਤਾਂ ਪ੍ਰੋਗਰਾਮ ਟੈਕਨੀਕਲ ਪ੍ਰੋਗਰਾਮ ਹੋਣ ਕਰਕੇ ਲੇਟ ਹੋ ਗਿਆ। ਸੋ ਅਸੀਂ ਅੱਗੇ ਵਧਦੇ ਹਾਂ ਹੁਣ। ਵਿੱਦਿਆ ਕਿਸੇ ਵਿਅਕਤੀ ਨੂੰ ਵੱਖ-ਵੱਖ ਪੜਾਵਾਂ ਵਿੱਚ ਕਿਵੇਂ ਭਵਿੱਖ ਬਾਰੇ ਮਾਨਸਿਕ ਤਬਦੀਲੀ ਕਰਨ ਵਿੱਚ ਸਹਾਈ ਹੁੰਦੀ ਆ? ਵਿੱਦਿਆ ਦਾ ਬਹੁਤ ਵੱਡਾ ਰੋਲ ਆ ਜੀ, ਕਿਉਂਕਿ ਵਿੱਦਿਆ ਇਸ ਤਰ੍ਹਾਂ ਆ ਵੀ ਜਦ ਕੁਦਰਤ ਵੱਲੋਂ ਕੋਈ ਵੀ ਮਾਨਵ ਦੁਨੀਆ ਤੇ ਆਉਂਦਾ ਉਹਦੀਆਂ ਦੋ ਅੱਖਾਂ ਹੁੰਦੀਆਂ। ਜੀ, ਜਿਸ ਵੇਲੇ ਵਿੱਦਿਆ ਆਉਂਦੀ ਹੈ ਤੀਸਰੀ ਅੱਖ ਹੈ, ਜੀ, ਕਿਉਂਕਿ ਉਹ ਫਿਰ ਸਾਰੀ ਲਾਈਫ ਦੇ ਵਿੱਚ ਉਹ ਚੇਂਜ ਹੁੰਦਾ। ਜੀ, ਜਿੱਦਾਂ ਹੁਣ ਬਾਬਾ ਸਾਹਿਬ ਬਾਰੇ ਆਪਾਂ ਦੇਖਦੇ ਹਾਂ ਜੀ, ਵੀ ਕਿੱਦਾਂ ਜਾਣੀ ਉਹ ਵਿੱਦਿਆ ਪ੍ਰਾਪਤ ਕਰਦੇ ਗਏ ਜੀ, ਔਰ ਗਿਆਨ ਦਾ ਕਿੱਦਾਂ ਵਾਧਾ ਹੁੰਦਾ ਗਿਆ। ਜੀ, ਪਰ ਬਾਬਾ ਸਾਹਿਬ ਨੇ ਇਹ ਵਰਣਨ ਕੀਤਾ ਵੀ ਵਿਦਵਾਨ ਹੋਣਾ ਇੱਕ ਵੱਖਰੀ ਗੱਲ ਆ, ਬੁੱਧੀਜੀਵੀ ਹੋਣਾ ਹੋਰ ਚੀਜ਼ ਹੈ। ਜੀ, ਕਿਉਂਕਿ ਵਿੱਦਿਆ ਜਿਹੜੀ ਆ ਉਹੋ ਹੀ ਵਿਗਿਆਨ ਵੱਲ ਜਾਂਦੀ ਹੈ ਔਰ ਇਨਸਾਨ ਬੁੱਧੀਜੀਵੀ ਬਣਦਾ। ਜੀ, ਜਾਣੀ ਬੁੱਧੀਜੀਵੀ ਹੋਣਾ ਬਹੁਤ ਜ਼ਰੂਰੀ ਹੈ। ਜੀ। ਅੱਛਾ, ਕਿਉਂਕਿ ਟਾਈਮ ਜਿਹੜਾ ਆ ਆਪਣੇ ਕੋਲ 10 ਮਿੰਟ ਰਹਿੰਦੇ ਆ, ਸਵਾਲ ਮੇਰੇ ਕੋਲ ਬਹੁਤ ਆ। ਮੈਂ ਜੰਪ ਕਰਕੇ, ਕਿਉਂਕਿ ਮੈਂ ਚਾਹੁੰਦਾ ਆਪਣਾ ਪੰਜਾਬ ਦੇ ਨਾਲ ਬਹੁਤ ਗੂੜਾ ਸੰਬੰਧ ਆ, ਇਸ ਕਰਕੇ ਇਹ ਜਿਹੜਾ ਸਵਾਲ ਆ ਬਹੁਤ ਇੰਪੋਰਟੈਂਟ ਮੈਂ ਇਹਨੂੰ ਸਮਝਦਾ ਕਿ ਪੰਜਾਬ ਦੀ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਨੁਸੂਚਿਤ ਜਾਤੀਆਂ ਦੇ ਵਿੱਦਿਆ ਖੇਤਰ ਵਿੱਚ 64 ਕਰੋੜ ਰੁਪਏ ਦਾ ਘਪਲਾ ਕੀਤਾ। ਇਸ ਤੇ ਥੋੜਾ ਜਿਹਾ ਚਾਨਣਾ ਪਾਓਗੇ? ਦੇਖੋ, ਆਪਾਂ ਪਹਿਲਾਂ ਪੰਜਾਬ ਬਾਰੇ ਵੀ ਜ਼ਿਕਰ ਕੀਤਾ, ਮਾਨਵਰ ਕਾਂਸ਼ੀ ਰਾਮ ਉਹਨਾਂ ਬਾਰੇ ਵੀ ਜ਼ਿਕਰ ਕੀਤਾ ਵੀ ਉਹ ਪੰਜਾਬ ਤੋਂ ਸੀਗੇ ਜੀ। ਪਰ ਬੜੀ ਤਾਂ ਗੱਲ ਇਹ ਹੈਗੀ ਆ ਵੀ ਜਿਹੜੀ ਇਹ ਹੋ ਰਿਹਾ ਜੀ, ਇਹ ਇੱਕ ਸਾਜ਼ਿਸ਼ ਦੇ ਜ਼ਰੀਏ ਹੋ ਰਿਹਾ ਵੀ ਇਹਨਾਂ ਲੋਕਾਂ ਨੂੰ ਪੜ੍ਹਨ ਤੋਂ ਰੋਕਿਆ ਜਾਵੇ। ਜੀ, ਔਰ ਇਹਦਾ ਵੱਡਾ ਕਾਰਨ ਇਹ ਹੈਗੀ ਆ ਵੀ ਜਿਹੜਾ 1935 ਦਾ ਐਕਟ ਬਣਿਆ ਸੀ ਜੀ, ਉਹਦੇ ਵਿੱਚ ਜਿਹੜਾ ਆਪਾਂ ਜ਼ਿਕਰ ਕਰਦੇ ਆ ਉਹਨੂੰ ਜਿਹੜਾ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਪੋਲੀਟੀਸ਼ੀਅਨਸ ਦੀ ਸੀ। ਜੀ, ਉਹ ਗਾਂਧੀ ਨੇ ਮਰਨ ਵਰਤ ਰੱਖ ਕੇ ਜਿਹੜਾ ਚਮਚਾ ਯੁੱਗ ਸ਼ੁਰੂ ਕਰ ਦਿੱਤਾ, ਜੀ, ਕਿਉਂਕਿ ਮਾਨਵਰ ਕਾਂਸ਼ੀ ਰਾਮ ਨੇ ਸਾਰਾ ਸਪਸ਼ਟ ਕੀਤਾ। ਜੀ, ਔਰ ਜਿਹੜੀ ਬੰਸਬ ਵੀ ਬਣੀ ਹੈ, ਜੀ, ਉਹ ਬੰਸ ਨੇ ਲੋਕਾਂ ਨੂੰ ਸਮਝਾਇਆ ਵੀ ਤੁਹਾਨੂੰ ਇੰਨਾ ਪੈਸਾ ਜਿਹੜਾ ਆਉਂਦਾ ਜੀ, ਉਹ ਕਿੱਥੇ ਜਾਂਦਾ। ਮੇਰੇ ਇਹਦੇ ਬਾਰੇ ਵੀ ਮੇਰੇ ਕੋਲ ਸਵਾਲ ਹੈਗੇ ਨਹੀਂ, ਆ। ਪਰ ਪਹਿਲਾਂ ਜਿਹੜੀ ਤੁਸੀਂ ਇਹਦਾ ਹੁਣ ਧਰਮਸੋਤ ਇਹ ਦਾ ਦੇਖੋ ਦੱਸੋ। ਵੀ ਜਿਹੜੀ ਇਹ ਪੰਜਾਬ ਨਾਲ ਸੰਬੰਧਿਤ ਹੈ, ਜੀ, ਕਿਉਂਕਿ ਪੰਜਾਬ ਦੇ ਵਿੱਚ ਦੇਖੋ ਜਿਹੜੇ ਪੰਜਾਬ ਦੇ ਜਿਹੜੀ ਸਰਕਾਰ ਬਣੀ ਸੀ ਜੀ, 2017 ਦੇ ਵਿੱਚ, ਇਹ ਅਨੁਸੂਚਿਤ ਲੋਕਾਂ ਨੇ ਬਣਾਈ ਸੀ। ਬਿਲਕੁਲ। ਜਿਹੜੀ ਅਸੈਂਬਲੀ ਦੇ ਵਿੱਚ ਜਿਹੜੀਆਂ 34 ਸੀਟਾਂ ਰਿਜ਼ਰਵ ਹੈ ਜੀ, ਔਰ ਉਹਨਾਂ ਦੇ ਵਿੱਚ 22 ਕਾਂਗਰਸੀ ਹੈ, ਜੀ, 9 ਆਮ ਆਦਮੀ ਪਾਰਟੀ ਦੇ ਤੇ 3 ਅਕਾਲੀ ਹੈ, ਜੀ, ਔਰ ਪੰਜਾਬ ਦੇ ਵਿੱਚ 4 ਸੰਸਦ ਹੈ। ਜੀ, ਪਰ ਬੜੀ ਤਾਂ ਗੱਲ ਹੈ ਵੀ ਇਹ ਘੁਟਾਲਾ ਹੋ ਕਿੱਦਾਂ ਗਿਆ, ਜੀ, ਕਿਉਂਕਿ ਉਹ ਜਿਹੜੇ ਲੋਕ ਵਿੱਦਿਆ ਨੂੰ ਰੋਕਣਾ ਚਾਹੁੰਦੇ ਆ, ਜੀ, ਚਾਹੇ ਉਹ ਅਮਰਿੰਦਰ ਸਿੰਘ ਆ ਚਾਹੇ ਨਰਿੰਦਰ ਮੋਦੀ ਆ, ਉਹ ਸਾਰੇ ਰਲੇ ਹੋਏ ਆ। ਜੀ, ਇਹ ਜਿਹੜਾ ਸਾਧੂ ਸਿੰਘ ਧਰਮਸੋਤ ਹੈ ਇਹ ਵੀ ਰਾਖਵੀਂ ਸੀਟ ਤੋਂ ਜਿੱਤਿਆ ਹੈ। ਜੀ, ਇਹ ਜਿਹੜਾ ਪੈਸਾ 64 ਕਰੋੜ ਇਹ ਉਹਨਾਂ ਵਿਦਿਆਰਥੀਆਂ ਨੂੰ ਜਾਣਾ ਸੀ, ਜੀ, ਉਹਨਾਂ ਦੀਆਂ ਫੀਸਾਂ ਬਾਰੇ, ਉਹਨਾਂ ਦੇ ਸਟਾਈਪੈਂਡ ਸਾਰਾ ਕੁਝ ਸੀਗਾ। ਜੀ, ਇਹ ਨਹੀਂ ਉਹ ਜਿਹੜਾ ਪੈਸਾ ਆਇਆ ਜਾਨੀ ਉਹ ਆਪੇ ਖਾ ਲਿਆ। ਜੀ। ਉਹ ਖਾ ਲਿਆ ਤਾਂ ਉਹ ਦੇਖੋ ਇੰਨੀ ਦੇਰ ਉਹਨੂੰ ਦੱਸਿਆ ਨਹੀਂ। ਨਹੀਂ, ਇੱਥੇ ਮੈਂ ਨਾਲ ਹੀ ਇੱਕ ਹੋਰ ਸਵਾਲ ਪੁੱਛਦਾ ਵੀ ਕਿਉਂਕਿ ਅਮਰਿੰਦਰ ਸਿੰਘ ਨੇ ਆਪ ਇਹਦੀ ਇਨਵੈਸਟੀਗੇਸ਼ਨ ਕਰਕੇ ਉਹਨੂੰ ਕਲੀਨ ਚਿੱਟ ਵੀ ਦੇ ਦਿੱਤੀ, ਲੇਕਿਨ ਮਗਰੋਂ ਹੁਣ ਸੀਬੀਆਈ ਜਿਹੜੀ ਆ ਉਹ ਫੇਰ ਕੇਸ ਖੋਲ੍ਹਣਾ ਚਾਹੁੰਦੀ ਆ, ਤਾਂ ਪਹਿਲਾਂ ਅਮਰਿੰਦਰ ਸਿੰਘ ਨੇ ਉਹਨੂੰ ਕਲੀਨ ਚਿੱਟ ਕਿਹੜੇ ਹਿਸਾਬ ਨਾਲ ਦੇ ਦਿੱਤੀ? ਅਮਰਿੰਦਰ ਸਿੰਘ ਨੇ ਖੁਦ ਤਾਂ ਮਿਲ ਕੇ ਕਰਵਾਇਆ, ਕਿਉਂਕਿ ਅਮਰਿੰਦਰ ਸਿੰਘ ਇੱਕ ਰਜਵਾੜੇ ਜਿਹੜੀ ਸੋਚ ਆ ਉਹ ਚਾਹੁੰਦੇ ਆ ਵੀ ਜੋ ਕੁਝ ਪੜ੍ਹਨ ਉਹ ਰਾਜੇ ਹੀ ਪੜ੍ਹਨ, ਜੀ, ਜ਼ਗੀਰਦਾਰ ਹੀ ਪੜ੍ਹਨ, ਜੀ, ਜਾਂ ਬ੍ਰਾਹਮਣ ਪੜ੍ਹਨ, ਜੀ, ਵੀ ਇਹ ਜਿਹੜੇ ਲੋਕ ਆ ਇਹਨਾਂ ਨੂੰ ਰੋਕਿਆ ਜਾਵੇ। ਜੀ, ਇਸ ਕਰਕੇ ਉਹ ਮਿਲ ਕੇ ਜਿਹੜਾ 64 ਕਰੋੜ ਰੁਪਈਆ ਖਾਧਾ। ਜੀ। ਹੁਣ ਤੁਸੀਂ ਦੇਖੋ ਵੀ ਹੁਣ ਤਾਂ ਇਲੈਕਸ਼ਨ ਆ ਰਿਹਾ ਹੈ, ਜੀ, ਹੁਣ ਤਾਂ ਇਲੈਕਸ਼ਨ ਆ ਰਿਹਾ ਹੈ। ਉਹ ਜਿਹੜੀ ਸੀਬੀਆਈ ਦੀ ਤੁਸੀਂ ਗੱਲ ਕਰਦੇ ਆ ਉਹ ਵੀ ਸੈਂਟਰ ਸਰਕਾਰ ਨੇ ਕਰਨਾ ਕੁਝ ਨਹੀਂ, ਜੀ, ਕਿਉਂਕਿ ਨਹੀਂ ਮੂੰਹ ਚੋਪੜਨਾ ਬਸ। ਕਿਉਂਕਿ ਵੱਡੀ ਤਾਂ ਗੱਲ ਹੈ ਵੀ ਇਹ ਬਹੁਤ ਵੱਡਾ ਜਿਹੜਾ ਘੁਟਾਲਾ ਆ ਇਸ ਕਰਕੇ ਹੋਇਆ ਵੀ ਜਿਹੜੇ ਸਾਡੇ ਸਟੂਜਸ ਆ, ਜੀ, ਹੁਣ ਉਹ ਤਾਂ ਸਰਕਾਰ ਨੂੰ ਉਲਟਾ ਸਕਦੇ, ਜੀ,
ਜਾਣੀ ਚੌਕਤੀ ਜਿਹੜੇ MLA ਆ, ਬਿਲਕੁਲ ਪਰ ਨਹੀਂ ਉਹਨੇ ਕੁਝ ਨਹੀਂ ਕਰਨਾ ਹੈਗਾ ਜੀ। ਅੱਛਾ, ਉੱਚ ਵਿਦਿਆ ਨੇ ਕਿਵੇਂ ਮਾਨੇਵਰ ਕਾਂਸ਼ੀ ਰਾਮ ਨੂੰ ਬਾਬਾ ਸਾਹਿਬ ਦੇ ਬਹੁਜਨ ਕਾਰਵਾਂ ਨੂੰ ਅੱਗੇ ਲਿਜਾਣ ਵਾਸਤੇ ਪ੍ਰੇਰਿਤ ਕੀਤਾ? ਦੇਖੋ, ਜਿਹੜਾ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ ਜਿਹੜਾ 1935 ਦਾ ਐਕਟ ਸੀ ਜੀ ਇਹ ਉਹਨੇ ਰੰਗ ਲਿਆਂਦੇ। ਜੀ ਮਾਨਵਰ ਕਾਂਸ਼ੀ ਰਾਮ ਵੀ ਤੁਸੀਂ ਦੇਖੋ ਵੀ ਜੇ ਇਹ ਵਿਦਿਆ ਦੇ ਖੇਤਰ ਦੇ ਵਿੱਚ ਜੀ ਫੀਸਾਂ ਨਾ ਮਾਫ ਹੁੰਦੀਆਂ, ਇਹ ਸੀਟਾਂ ਉਹਨਾਂ ਨਾ ਨੇ ਰਿਜ਼ਰਵ graduation ਹੋਣ, ਕੀਤੀ ਉਸ ਦੇ ਵਿੱਚ। ਕਿਉਂਕਿ ਉਹਨੇ ਜਿਹੜੀ ਗ੍ਰੈਜੂਏਸ਼ਨ ਕੀਤੀ ਨਹੀਂ ਤਾਂ ਕਿਹੜਾ ਕਰਨ ਦਿੰਦਾ ਸੀ। ਜੀ ਫਿਰ ਉਹਨਾਂ ਦਾ ਤਾਂ ਫਿਜ਼ਿਕਸ ਦਾ ਸਬਜੈਕਟ ਸੀ। ਜੀ ਜਦ 1956 ਦੇ ਵਿੱਚ ਜਾਣੀ ਉਹ ਕੀਤੀ, ਉਹਦੇ ਨਾਲ ਹੀ ਉਹਨਾਂ ਨੂੰ ਫਿਰ ਗਿਆਨ ਪ੍ਰਾਪਤ ਹੋਇਆ ਜੀ ਵੀ ਜੋ ਬਾਬਾ ਸਾਹਿਬ ਇੱਥੇ ਕਾਰਵਾਂ ਛੱਡ ਕੇ ਗਏ ਆ ਵੀ ਇਹਨੂੰ ਮੈਂ ਅੱਗੇ ਲਿਜਾਣਾ। ਜੀ। ਅੱਛਾ, ਥੋੜਾ ਜਿਹਾ ਸ਼ਾਰਟਕਟ ਕਰਦਾ, ਕਿਉਂਕਿ ਗੱਲ ਇਹ ਆ ਵੀ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਬਈ ਜਿੱਦਾਂ ਵਿਦਿਆ ਦੀ ਬਾਮਸਫ ਦੇ ਸੰਗਠਨ ਵਿੱਚ ਕੀ ਭੂਮਿਕਾ ਹੈ। ਜਿਹੜੀ ਬੰਸਫ ਆ, ਤੁਸੀਂ ਦੇਖੋ ਵੀ ਅੱਜ ਟੀਚਰਸ ਡੇ ਹੈ। ਜੀ ਟੀਚਰ ਜਿੱਦਾਂ ਪੜਾਉਂਦਾ ਮਾਨਵਰ ਕਾਂਸ਼ੀ ਰਾਮ ਨੇ ਉਹਨਾਂ ਲੋਕਾਂ ਨੂੰ ਪੜਾਇਆ, ਜੀ ਉਹਨਾਂ ਨੂੰ ਦੱਸਿਆ ਵੀ ਜਿਹੜੇ ਤੁਸੀਂ ਟੀਚਰ ਬਣੇ ਆ, ਪਟਵਾਰੀ ਬਣੇ ਆ, ਤਹਿਸੀਲਦਾਰ ਬਣੇ ਆ, ਵੀ ਤੁਸੀਂ ਇਹਦੇ ਕਰਕੇ ਹੀ ਬਣੇ। ਜੀ ਉਹ ਪੜਾਉਂਦੇ ਸਨ ਜਾਣੀ ਲੋਕਾਂ ਨੂੰ, ਜੀ ਕਿਉਂਕਿ ਘੰਟਿਆਂ ਬੱਧੀ ਉਹ ਸਾਰਿਆਂ ਨੂੰ ਪੜਾਉਂਦੇ ਸੀ। ਜੀ ਉਹਨੇ ਉਹ ਬੰਸਫ ਨੂੰ ਤਿਆਰ ਹੀ ਇਸ ਕਰਕੇ ਕੀਤਾ। ਕੇਡਰ ਕੈਂਪ ਲਾ ਕੇ ਪੜਾਉਂਦੇ ਸੀ ਉਹ ਜੀ। ਤਿਆਰ ਕਰਕੇ ਕੀਤਾ। ਔਰ ਉਹ ਬਿਲਕੁਲ ਤੁਸੀਂ ਦੇਖੋ ਵੀ ਉਹ ਜਿਹੜੇ ਲੋਕ ਆ ਉਹ ਇੰਨੇ ਅੰਧ ਵਿਸ਼ਵਾਸੀ ਹੋਏ ਸੀ। ਕੋਈ ਬਾਲਕਨਾਥ ਦੇ ਜਾਂਦਾ ਸੀ, ਜੀ ਕੋਈ ਦੇਵੀ ਮਾਤਾ ਦੇ ਜਾਂਦਾ ਸੀ ਜੀ ਵੀ ਉਹਨੀ ਸਾਨੂੰ ਖਰਿਆ ਤਾਰਿਆ। ਜੀ ਪਰ ਉਹ ਮਾਨਵਰ ਕਾਂਸ਼ੀ ਰਾਮ ਨੇ ਉਹਨਾਂ ਦੇ ਜੀਵਨ ਹੀ ਬਦਲ ਦਿੱਤੇ। ਜੀ ਜਾਣੀ ਉਹ ਬਿਲਕੁਲ ਜਾਣੀ ਉਹ ਬਹੁਤ ਵੱਡੀ ਚੇਂਜ ਇਸ ਕਰਕੇ ਆਈ ਹੈ। ਜੀ। ਅੱਛਾ, ਇਹ ਸੰਗਠਨ ਕਿਵੇਂ ਵਿਦਿਆ ਦੀ ਰੱਖਿਆ ਵਾਸਤੇ ਕਾਰਗਰ ਸਾਬਤ ਹੋਇਆ ਅਤੇ ਅੱਗੇ ਵਧਿਆ? ਕਿਉਂਕਿ ਇਹ ਜਿਹੜਾ ਸੰਗਠਨ ਆ ਇਹ ਅਨਰਜਿਸਟਰਡ ਸੀ, ਜੀ ਕਿਉਂਕਿ ਸਰਕਾਰ ਇੰਨੀ ਪਰੇਸ਼ਾਨ ਹੋਈ ਵੀ ਇਹਨਾਂ ਨੂੰ ਪਤਾ ਕਿੱਦਾਂ ਲੱਗਦਾ ਜੀ ਵੀ ਇਹ ਜਿਹੜਾ ਪੈਸਾ ਜਾਂਦਾ ਵੀ ਅੱਗੇ ਤਾਂ ਅਸੀਂ ਖਾਈ ਜਾਂਦੇ ਸੀ, ਜੀ ਕਿਉਂਕਿ ਉਹ ਸਾਰੇ ਪੜ੍ਹੇ ਲਿਖੇ ਸੀ, ਸਾਰੇ ਡਿਪਾਰਟਮੈਂਟਾਂ 'ਚ ਕੰਮ ਕਰਦੇ ਸੀ। ਜੀ ਉਹਨੀ ਜਾਣੀ ਇਹ ਦੱਸ ਦਿੰਦੇ ਸੀ ਵੀ ਆਹ ਪੈਸਾ ਇੰਨਾ ਪਾਸ ਹੋਇਆ, ਇਹ ਲੱਗਣਾ ਚਾਹੀਦਾ। ਜੀ ਔਰ ਉਹ ਲੋਕ ਐਜੂਕੇਟ ਹੋ ਗਏ ਜੀ ਔਰ ਇੱਕ ਤਾਕਤ ਬਣ ਗਏ। ਜੀ ਨਾਲੇ ਨਾਨ ਪੋਲੀਟੀਕਲ ਰੂਟਸ ਆ, ਜੀ ਜਾਣੀ ਉਹਨੀ ਲੋਕਾਂ ਨੇ ਮੂਵਮੈਂਟ ਨੂੰ ਤੋਰਿਆ ਗਾ। ਜੀ ਜਾਣੀ ਇਹ ਸ਼ੁਰੂਆਤ ਆ ਜਾਣੀ। ਜੀ। ਅੱਛਾ, ਬਹੁਜਨ ਸਮਾਜ ਅਤੇ ਸਮੂਹ ਨਾਰੀ ਵਰਗ ਦੇ ਵਿਦਿਆ ਦੇ ਵਿਰੋਧੀਆਂ ਨੇ ਕਿਹੋ ਜਿਹੀ ਨੀਤੀ ਅਪਣਾਈ ਅਤੇ ਰੁਕਾਵਟਾਂ ਖੜੀਆਂ ਕੀਤੀਆਂ? ਜਿਹੜੀ ਇਹ ਵਿਰੋਧਤਾ ਇਹ RSS ਸ਼ੁਰੂ ਤੋਂ ਕਰ ਰਹੀ ਸੀ। ਜੀ ਬਾਬਾ ਸਾਹਿਬ ਦੇ ਟਾਈਮ ਦੇ ਵਿੱਚ ਵੀ ਜਿਸ ਵੇਲੇ ਬੰਸਬ ਬਣ ਗਈ ਫਿਰ ਤਾਂ ਉਹ ਹੈਰਾਨ ਰਹਿ ਗਏ ਜੀ ਵੀ ਇਹ ਜਿਹੜੇ ਲੋਕ ਆ ਕਿੱਦਾਂ ਅੱਗੇ ਆ ਰਹੇ ਆ। ਜੀ ਪਰ ਉਹ ਜਿਹੜੇ ਵਿਰੋਧੀ ਸੀ ਉਹਨੇ ਆਪਣੇ ਜਾਣੀ ਦਾਅ ਪੇਚ ਖੋਲ੍ਹਣੇ ਸ਼ੁਰੂ ਕਰ ਦਿੱਤੇ। ਜੀ ਤੁਸੀਂ ਦੇਖੋ ਵੀ ਉਹਨੇ ਜਦ ਮੰਡਲ ਕਮਿਸ਼ਨ ਦੀ ਰਿਪੋਰਟ ਲੱਗ ਗਈ ਉਦੋਂ ਵੀ ਵਿਰੋਧ ਕੀਤਾ। ਜੀ ਫਿਰ ਉਹਨੇ ਇਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ। ਜਿਹੜਾ ਨਰਿੰਦਰ ਮੋਦੀ ਹੈ ਜੀ ਇਹ ਵੀ ਬੈਕਵਰਡ ਕਾਸਟ ਚੋਂ ਹੀ ਹੈ। ਜੀ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਰੁਕੋ ਜਾਣੀ ਜੀ ਵੀ ਅਸੀਂ ਤੁਹਾਨੂੰ ਅੱਗੇ ਲਿਆਵਾਂਗੇ, ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ, ਪ੍ਰਾਈਮ ਮਿਨਿਸਟਰ ਵੀ ਬਣਾਵਾਂਗੇ, ਰੁਕੋ ਜਾਣੀ। ਜੀ ਔਰ ਇਹਨਾਂ ਤੋਂ ਹੀ ਤੁਸੀਂ ਦੇਖੋ ਵੀ ਆਹ ਰਾਮ ਮੰਦਿਰ ਸ਼ੁਰੂ ਕਰਵਾਇਆ, ਜੀ ਸਾਰਾ ਇਹਨਾਂ ਤੋਂ ਹੀ ਕਰਵਾਇਆ। ਜੀ ਹਾਂ ਹਾਂ ਉਹੀ ਇੱਧਰ ਨੂੰ ਮੈਂ ਆ ਰਿਹਾ ਸੀਗਾ ਕਿ ਨਰਿੰਦਰ ਮੋਦੀ ਕਿਹੜੀ ਰਣਨੀਤੀ ਦੀ ਪੈਦਾਵਾਰ ਹੈ। ਜਿੱਦਾਂ ਇੱਥੇ ਇੱਕ ਮੈਂ ਮੈਂਸ਼ਨ ਕਰੂੰਗਾ, ਇਹਨੇ ਇੱਕ ਕਿਤਾਬ ਲਿਖੀ ਸੀ ਕਰਮਯੋਗੀ, ਉਹਦੇ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੇਖੋ। ਜਿਹੜੀ RSS ਆ ਉਹ ਹਰੇਕ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚਦੀ ਹੈ ਜੀ। ਉਹ RSS ਵਾਲੇ ਬੜੇ ਹੈਰਾਨ ਰਹਿ ਗਏ ਉਹ ਜਿਹੜੇ ਮਹਾਰ ਕਿੱਦਾਂ ਅੱਗੇ ਵੱਧ ਗਏ ਜੀ ਵੀ ਆ ਮਾਨਵਰ ਕਾਂਸ਼ੀ ਰਾਮ ਨੇ ਕਿੱਦਾਂ ਇੰਨਾ ਪਰਿਵਰਤਨ ਲੈ ਆਂਦਾ। ਜੀ ਜਾਣੀ ਉਹਨੀ ਉਹ ਮੀਟਿੰਗਾਂ ਕਰਦੇ ਵੀ ਕਿਹੜੀ ਜਾਤੀ ਨੂੰ ਆਪਾਂ ਗੁੰਮਰਾਹ ਕਰ ਸਕਦੇ। ਜੀ ਉਹਨੀ ਜਦ ਨਰਿੰਦਰ ਮੋਦੀ ਨੂੰ ਭਰਤੀ ਕੀਤਾ, ਉਹਨੂੰ ਕਿਹਾ ਵੀ ਇਹ ਜਿਹੜੀ ਵਿੱਦਿਆ ਜਿਹੜੀ ਹੈ ਇਹਨੂੰ ਕਿਸ ਤਰ੍ਹਾਂ ਨੂੰ ਰੋਕ ਸਕਦਾ। ਜੀ ਇਹਨੇ ਜਾਣੀ ਉਹਨੇ ਇਹਨੂੰ ਕਿਹਾ ਵੀ ਇਹਨਾਂ 'ਚੋਂ ਕੋਈ ਜਾਤੀ ਨੂੰ ਤੂੰ ਇਦਾਂ ਦੀ ਗੱਲ ਕਰ ਵੀ ਜਿਹੜੇ ਪੜ੍ਹਨ ਹੀ ਨਾ, ਜੀ ਵੀ ਉਹ ਤੇਰੇ ਮਗਰ ਲੱਗਣ। ਜੀ ਇਹਨੇ ਕਿਹਾ ਜੀ ਵੀ ਮੈਂ ਜਿਹੜੀ ਵਾਲਮੀਕ ਜਾਤੀ ਹੈ ਜੀ ਵੀ ਇਹਨੂੰ ਮੈਂ ਬਿਲਕੁਲ ਇਹਨੂੰ ਵਿੱਦਿਆ ਤੋਂ ਪਿੱਛੇ ਕਰ ਸਕਦਾ। ਜੀ ਇਹਨੇ ਫਿਰ ਕਿਹਾ ਵੀ ਮੈਂ ਕਿਤਾਬ ਲਿਖਾਂਗਾ। ਜੀ ਉਹ ਗੁਜਰਾਤੀ ਦੇ ਵਿੱਚ ਕਰਮਯੋਗੀ ਕਿਤਾਬ ਲਿਖੀ ਹੈ। ਕਰਮਯੋਗੀ, ਹਾਂਜੀ। ਉਹ ਜਿਸ ਵੇਲੇ ਇਹਨੇ ਕਿਤਾਬ ਲਿਖੀ ਤੁਸੀਂ ਦੇਖੋ ਵੀ ਉਹ ਲੋਕ ਤਾਂ ਖੁਸ਼ ਹੋ ਗਏ ਬਹੁਤ ਜੀ ਵੀ ਇਹ ਕਿਤਾਬ ਇਹਨੇ ਚੰਗੀ ਲਿਖੀ ਆ। ਉਹਦੇ ਵਿੱਚ ਉਹ ਕਹਿੰਦਾ ਵੀ ਜਿਹੜਾ ਪੇਸ਼ਾ ਆ ਸਫਾਈ ਦਾ ਇਹ ਤਾਂ ਇੰਨਾ ਚੰਗਾ ਜੀ ਵੀ ਇਹ ਤਾਂ ਦੇਵਤੇ ਬਹੁਤ ਖੁਸ਼ ਹੈ। ਜੀ ਉਹ ਲੋਕ ਗੁਣਗਾਨ ਲੱਗ ਪਏ ਇਹਦਾ ਕਰਨ ਜੀ ਵੀ ਪੜ੍ਹਨਾ ਸਾਨੂੰ ਚਾਹੀਦਾ ਹੀ ਨਹੀਂ, ਇਹੀ ਪੇਸ਼ਾ ਕਰਨਾ ਚਾਹੀਦਾ ਜੀ ਵੀ ਬਿਲਕੁਲ ਪੜ੍ਹਾਈ ਠੀਕ ਨਹੀਂ। ਪਰ ਉਹ ਫਿਰ ਜਿਹੜੇ ਬੁੱਧੀਜੀਵੀ ਆ ਜੀ ਉਹਨੇ ਉਹ ਫਿਰ ਕਿਤਾਬ ਪੜ੍ਹ ਕੇ ਉਹਨੂੰ ਐਕਸਪੋਜ਼ ਕੀਤਾ। ਜੀ ਫਿਰ ਇਹ ਬੜਾ ਹੈਰਾਨ ਰਹਿ ਗਿਆ ਤੇ ਹੁਣ ਕਿਤਾਬ ਇਹਨੇ ਉਹ
ਚੁਕਾਤੀ ਹੈ ਜੀ। ਪਰ ਉਹ ਲੋਕਾਂ ਕੋਲ ਤਾਂ ਪਹੁੰਚ ਗਈ ਹੈ। ਜੀ ਜੀ ਪਰ ਬੜੀ ਤਾਂ ਗੱਲ ਹੈ ਉਹ ਬੇਨਕਾਬ ਹੋ ਗਿਆ ਜੀ। ਜਾਨੀ। ਅੱਛਾ, ਬਲਦੇਵ ਰਾਜ ਰਾਲ, ਵੈਰੀ ਗੁੱਡ ਪ੍ਰੋਗਰਾਮ। ਮੁਲਖ ਰਾਜ ਸ਼ੀਸ਼ ਬੱਧਨ ਕੰਗ੍ਰੈਚੁਲੇਟ ਕਰਦੇ ਆ ਦੇਵ ਸੁਮਨ ਨੂੰ। ਨਿਰਮਲਾ ਭਾਟੀਆ ਕੰਗ੍ਰੈਚੁਲੇਟ ਦੇਵ ਸੁਮਨ ਨੂੰ ਤੇ ਸ਼ਰਧਾਂਜਲੀ ਰਾਮ ਪ੍ਰਤਾਪ ਕੌਲ ਜੀ ਨੂੰ। ਜਸਵਿੰਦਰ ਬਾਗਾ ਕੰਗ੍ਰੈਚੁਲੇਟ ਕਰਦੇ ਆ ਦੇਵ ਸੁਮਨ ਜੀ ਨੂੰ। ਅੱਛਾ, ਬਹੁਜਨ ਸਮਾਜ ਅੰਦੋਲਨ ਵਿਦਿਆ ਦੇ ਖੇਤਰ ਵਿੱਚ ਕਿਵੇਂ ਅੱਗੇ ਵਧਿਆ? ਵਿਰੋਧੀਆਂ ਨੇ ਕਿਹੜੀ ਰਣਨੀਤੀ ਅਪਣਾਈ? ਕਿਉਂਕਿ ਜਿਹੜੀ ਜਿਸ ਤਰ੍ਹਾਂ ਆਪਾਂ ਬੰਸਫ ਦੇ ਥਰੂ ਇਹ ਵਧਿਆ, ਜੀ ਕਿਉਂਕਿ ਬੰਸ ਨੇ ਉਹ ਲੋਕਾਂ ਨੂੰ ਜਾਣੀ ਕਿਹਾ ਵੀ ਤੁਸੀਂ ਵਿੱਦਿਆ ਦੇ ਖੇਤਰ ਵਿੱਚ ਵਧੋ। ਜੀ ਔਰ ਤੁਸੀਂ ਦੇਖੋ ਵੀ ਜਿੰਨੇ ਟੀਚਰ ਆ ਜੀ ਉਹ ਟੀਚਰ ਵੀ ਹੋਰ ਵੀ ਮੁਲਾਜ਼ਮ ਇਹਦੇ ਵਿੱਚ ਆਏ ਔਰ ਇਹ ਲਗਾਤਾਰ ਵੱਧ ਰਿਹਾ, ਹੁਣ ਵੀ ਵੱਧ ਰਿਹਾ। ਜੀ। ਅੱਛਾ, ਕਿਉਂਕਿ ਮੈਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਕਿ ਟੈਕਨੀਕਲ ਪ੍ਰੋਬਲਮ ਹੋਣ ਕਰਕੇ ਸਾਡਾ ਟਾਈਮ ਜਿਹੜਾ ਉਹ ਜ਼ਾਇਆ ਹੋ ਗਿਆ। ਇਸ ਕਰਕੇ ਅਸੀਂ ਬੜੇ ਸਿਸਟਮ ਦੇ ਨਾਲ ਸਾਰੀ ਗੱਲ ਨੂੰ ਸਮਝਾਉਣਾ ਸੀਗਾ ਕਿ ਟੀਚਰਸ ਡੇ ਦੇ ਉੱਤੇ ਸਾਨੂੰ ਸਾਡੇ ਸਮਾਜ, ਸਾਡੇ ਰਹਿਬਰ ਉਹਨਾਂ ਨੇ ਕੀ ਕੀਤਾ ਔਰ ਇਹ ਕਿਵੇਂ ਚੀਜ਼ ਨੂੰ ਹਾਈਡ ਕਰਕੇ ਜਿਹੜਾ ਸਾਡੇ ਸਮਾਜ ਦੇ ਨਾਲ ਧੋਖਾ ਹੋ ਰਿਹਾ ਉਹ ਅਸੀਂ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦੇ ਸੀ। ਕੀ ਨਰਿੰਦਰ ਮੋਦੀ ਸਰਕਾਰ ਬਹੁਜਨ ਸਮਾਜ ਅਤੇ ਨਾਰੀ ਵਰਗ ਦੀ ਵਿੱਦਿਆ ਨਸ਼ਟ ਕਰਨ ਵਿੱਚ ਕਾਮਯਾਬ ਹੋ ਜਾਵੇਗਾ? ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਜੀ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਵੀ ਇਹਨਾਂ ਨੂੰ ਮੁੜ ਕੇ ਅਸੀਂ ਗੁਲਾਮ ਬਣਾਉਣਾ। ਜੀ ਪਰ ਉਹ ਵੱਡੀ ਤਾਂ ਗੱਲ ਹੈ, ਇਹ ਸੱਤਾ ਦੀ ਗੱਲ ਹੈ। ਜੀ ਕਿਉਂਕਿ ਜਿਹੜਾ ਬਹੁਜਨ ਸਮਾਜ ਆ ਜਿਹੜਾ ਹੁਣ ਪੜ ਚੁੱਕਾ ਜੀ ਔਰ ਇਹ ਗੱਲ ਹੈਗੀ ਪੋਲੀਟੀਕਲ। ਜੀ ਕਿਉਂਕਿ ਜਿਹੜੀ ਮੋਦੀ ਉਹ ਤਦੇ ਹੀ ਕਰ ਰਿਹਾ ਕਿਉਂਕਿ ਉਹਦੇ ਕੋਲ ਸੱਤਾ ਹੈ। ਜੀ ਉਹਨ ਆਰਐਸਐਸ ਨੂੰ ਪ੍ਰੋਮਿਸ ਕੀਤਾ ਹੈ ਜੀ ਵੀ ਮੈਂ ਬਿਲਕੁਲ ਇਹਨਾਂ ਦੇ ਕੋਲ ਝਾੜੂ ਰਹਿਣਗੇ, ਜੀ ਇਹ ਗੁਲਾਮ ਰਹਿਣਗੇ। ਜੀ ਪਰ ਦੂਸਰੇ ਪਾਸੇ ਹੈਗੀ ਆ ਵੀ ਜਿਹੜੀ ਮਤਲਬ ਨਾਲ ਦੀ ਨਾਲ ਚੋਣਾਂ ਹੋਣੀਆਂ ਔਰ ਉਹਨਾਂ ਨੂੰ ਰੋਕਿਆ ਜਾ ਸਕਦਾ। ਜੀ ਕਿਉਂਕਿ ਰੋਕਿਆ ਇਸ ਕਰਕੇ ਜਾ ਸਕਦਾ ਵੀ ਜੋ ਬਾਬਾ ਸਾਹਿਬ ਨੇ ਕਿਹਾ, ਜੋ ਮਾਨਵਰ ਕਾਂਸ਼ੀ ਰਾਮ ਨੇ ਕਿਹਾ, ਜੋ ਜੋਤੀਬਾ ਫੂਲੇ ਨੇ ਕਿਹਾ, ਉਹਨੂੰ ਅਮਲ 'ਚ ਲਿਆਂਦਾ ਜਾਵੇ। ਜੀ ਤਾਂ ਬਿਲਕੁਲ ਜਾਣੀ ਮਤਲਬ ਹੈ